इस रियासत की गल होंदी है, फरीदकोट रियासत की गल होंदी है, प्रॉपर्टी का जिक्र होता है तो क्लीयर नहीं होंदा प्रॉपर्टी है किन्नी। 25,000 करोड़ की प्रॉपर्टी है, 50,000 करोड़ की प्रॉपर्टी है या उस तो वध की प्रॉपर्टी है, असल मायने दे विच प्रॉपर्टी है किन्नी है, इस दे बारे भी जानकारी। प्रॉपर्टी बहुत फैली हुई है जी। फरीदकोट का तुसी ठीक किया, ਜ਼ਮੀਨ ਹੈਗੀ ਹੈ, ਜ਼ਮੀਨ ਬਹੁਤ ਹੈਗੀ ਹੈ। ਫਿਰ ਕਿਲਾ ਰਾਜ ਮਹਿਲ, ਅਸਤਬਲ, ਪੋਲੋ ਗਰਾਊਂਡ, 에ਅਰਫੀਲਡ, ਹੈਂਗਰ, ਜਿਹੜਾ 에ਅਰਪਲੇਨਸ ਵਾਸਤੇ ਹੁੰਦਾ ਹੈ। ਸਾਡੀ ਸਮਾਧਾਂ ਹੈਗੀਆਂ ਜਿਹਦੀ ਕੋਈ ਗੱਲ ਹੀ ਨਹੀਂ ਕਰਦਾ। ਮੈਨੂੰ ਬੜਾ ਦੁੱਖ ਹੁੰਦਾ ਕਿ ਕਿਉਂਕਿ ਉਸ ਚੀਜ਼ ਦੀ ਫਾਈਨੈਂਸ਼ੀਅਲ ਵੈਲਿਊ ਘੱਟ ਹੈ, ਉਸ ਦੀ ਕੋਈ ਗੱਲ ਹੀ ਨਹੀਂ ਕਰਦਾ। ਸ਼ੁਰੂਆਤ ਕਿੱਥੋਂ ਹੋਈ ਪਰਿਵਾਰ ਦੇ ਵਿੱਚ? ਕਦੋਂ ਆਪਸ ਦੇ ਵਿੱਚ ਤਣਾਅ ਵੇਖਣ ਨੂੰ ਮਿਲਿਆ ਜਾਂ ਪਰਿਵਾਰ ਜਿਹੜੇ ਨੇ ਉਹ ਆਪਸ ਦੇ ਵਿੱਚ ਕਿੱਦਾਂ ਅਲੱਗ ਹੋਏ? ਕੀ ਪੂਰੀ ਕੀ ਕਹਾਣੀ ਹੈ? ਦੂਰ ਹੋਣ ਕਰਕੇ ਲਿਟੀਗੇਸ਼ਨ ਸ਼ੁਰੂ ਹੋਈ। ਨੌਕਰ ਹਾਵੀ ਹੋ ਗਏ, ਇੱਕ ਜਾਲੀ ਵਸੀਅਤ ਦੇ ਨਾਲ ਟਰਸਟ ਬਣਾਇਆ, ਸਭ ਨੂੰ ਦੂਰ ਰੱਖਿਆ ਗਿਆ। ਜਦੋਂ ਉੱਥੇ ਕੋਈ ਜਾਂਦਾ ਸੀਗਾ ਉਹਨਾਂ ਪ੍ਰੋਪਰਟੀਜ਼ ਦੇ ਵਿੱਚ, ਉਹਨਾਂ ਨੂੰ ਵਿਵਹਾਰ ਨੌਕਰਾਂ ਦਾ ਹੀ ਐਂ ਹੁੰਦਾ ਸੀ ਵੀ ਉਹ ਮਾਲਕ ਹੈਗੇ ਹੈ ਤੇ ਅਸੀਂ ਸ਼ਾਇਦ ਉੱਥੋਂ ਦੇ ਨੌਕਰ ਹੈਗੇ। ਆ ਵਸੀਅਤ ਕਿੱਦਾਂ ਤਿਆਰ ਹੋਈ, ਕਿਸਨੇ ਤਿਆਰ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਟਰਸਟ ਬਣਿਆ ਇਸ ਦੀ ਕੀ ਕਹਾਣੀ ਹੈ? ਕਿਸ ਤਰ੍ਹਾਂ ਮਹਾਰਾਜੀ ਟਰਸਟ ਇੱਕਦਮ ਖੜਾ ਹੋ ਗਿਆ? ਵੀ ਏਡੇ ਵੱਡਾ ਰਾਜਾ ਸੀਗਾ, ਏਡੀ ਸੋਹਣੀ ਰਿਆਸਤ ਚਲਾਉਂਦਾ ਸੀਗਾ ਤੇ ਉਹਨੇ ਇੰਨੀਆਂ ਚੀਜ਼ਾਂ ਨਾ ਦੇਖੀਆਂ ਹੁੰਦੀਆਂ। ਫਿਰ ਉਹਨਾਂ ਨੇ ਆਹ ਚੀਜ਼ ਵੀ ਐਡ ਕਰਤੀ, ਕਹਿੰਦੇ ਦਿਸ ਇਜ਼ ਅ ਵੈਰੀ ਵੈਰੀ ਸਸਪੀਸ਼ੀਅਸ, ਦੈਟਸ ਦ ਐਗਜ਼ੈਕਟ ਵਰਡ। ਮੈਂ ਤਾਂ ਉੱਥੇ ਮੌਜੂਦ ਸੀਗਾ ਦੋਨੋਂ ਦਿਨ ਬਹਿਸ ਤੇ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਦਿਸ ਇਜ਼ ਅ ਵੈਰੀ ਵੈਰੀ ਸਸਪੀਸ਼ੀਅਸ ਸਰਕਮਸਟੈਂਸ। ਤੇ ਉਦੋਂ ਬਾਅਦ 6 ਕੁਐਸਚਨ ਪੁੱਛੇ ਟਰਸਟ ਵਾਲਿਆਂ ਨੂੰ, ਉਹਨਾਂ ਦਾ ਕੋਈ ਜਵਾਬ ਨਹੀਂ ਸੀ ਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ। ਸੋ ਮੋਟਾ ਪੁਆਇੰਟ ਹੈ ਕਿ ਇਹ ਵਿਲ ਐਸੀ ਕਮਾਲ ਦੀ ਵਿਲ ਸੀ ਕਿ 33 ਸਾਲ ਲੱਗ ਗਏ ਇਸ ਵਿਲ ਦੇ ਨਾਲ ਜੂਝਦੇ ਹੋਏ। ਤੇ 33 ਸਾਲ ਜਿਹੜੇ ਟਰਸਟੀ ਸੀਗੇ, ਨੌਕਰ ਸੀਗੇ, ਉਹਨਾਂ ਨੇ ਇਸ ਪ੍ਰੋਪਰਟੀ ਨੂੰ ਲੁੱਟਿਆ, ਖਤਮ ਕੀਤਾ, ਬਿਲਕੁਲ ਦੇਖ ਰੇਖ ਨਹੀਂ ਕੀਤੀ। ਸਾਡਾ ਹੌਲੀ ਹੌਲੀ ਜਿਹੜਾ ਰੁਤਬਾ ਸੀ, ਪਛਾਣ ਸੀਗੀ, ਸਾਡੇ ਆਪਦੇ ਸ਼ਹਿਰ ਫਰੀਦਕੋਟ ਥੱਲੇ ਜਾਂਦੀ ਗਈ ਹੈ। ਹੁਣ ਬਹੁਤ ਥੋੜ੍ਹੇ ਲੋਕ ਸਾਨੂੰ ਜਾਣਦੇ ਉੱਥੇ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। ਰਾਜੇ ਮਹਾਰਾਜਿਆਂ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਅਸੀਂ ਛੋਟੇ ਹੁੰਦਿਆਂ ਤੋਂ ਰਾਜੇ ਮਹਾਰਾਜਿਆਂ ਦੀ ਕਹਾਣੀਆਂ ਸੁਣਦੇ ਹਾਂ। ਉਹਨਾਂ ਦੀ ਰਿਆਸਤਾਂ ਦਾ ਜ਼ਿਕਰ ਹੁੰਦਾ ਹੈ, ਉਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਪੂਰੀ ਸ਼ਾਹੀ ਲਾਈਫ ਸੀ ਉਸ ਦਾ ਜ਼ਿਕਰ ਹੁੰਦਾ। ਔਰ ਹੁਣ ਵੀ ਇੱਕ ਰਾਜਾ ਦੀ ਗੱਲ ਕਰੀਏ ਤੇ ਉਹਨਾਂ ਦਾ ਪ੍ਰੋਪਰਟੀ ਦਾ ਪੂਰਾ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਹੈ। ਫਰੀਦਕੋਟ ਦੇ ਰਾਜਾ ਦੀ ਗੱਲ ਕਰੀਏ, ਰਾਜਾ ਹਰਿੰਦਰ ਸਿੰਘ ਬਰਾੜ ਦੀ ਗੱਲ ਕਰੀਏ ਤੇ ਉਹਨਾਂ ਦੀ ਪ੍ਰੋਪਰਟੀ ਦਾ ਕਿੱਸਾ ਜਿਹੜਾ ਉਹ ਹੁਣ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਲੰਬੀ ਕਾਨੂੰਨੀ ਲੜਾਈ ਹੋਈ ਹੈ ਇਸ ਪੂਰੀ ਪ੍ਰੋਪਰਟੀ ਨੂੰ ਲੈ ਕੇ ਔਰ ਆਖਿਰਕਾਰ ਸੁਪਰੀਮ ਕੋਰਟ ਇਸ ਪੂਰੀ ਪ੍ਰੋਪਰਟੀ ਨੂੰ ਲੈ ਕੇ ਆਪਣਾ ਫੈਸਲਾ ਵੀ ਸੁਣਾਉਂਦਾ ਨਜ਼ਰ ਆਇਆ। ਸ਼ਾਹੀ ਪਰਿਵਾਰ ਨੂੰ ਆ ਪ੍ਰੋਪਰਟੀ ਜਿਹੜੀ ਹੈ ਹੁਣ ਹੈਂਡਓਵਰ ਕੀਤੀ ਜਾਏਗੀ, ਜਿਸ ਢੰਗ ਦੇ ਨਾਲ ਪਹਿਲਾਂ ਇੱਕ ਟਰਸਟ ਜਿਹੜਾ ਉਹ ਇਸ ਪ੍ਰੋਪਰਟੀ ਦੀ ਦੇਖ ਰੇਖ ਕਰ ਰਿਹਾ ਸੀ, ਲੇਕਿਨ ਹੁਣ ਸ਼ਾਹੀ ਪਰਿਵਾਰ ਦੇ ਕੋਲ ਇਸ ਦਾ ਰਾਈਟ ਹੋਏਗਾ। ਸ਼ਾਹੀ ਪਰਿਵਾਰ ਦੇ ਹੀ ਮੈਂਬਰ ਅਮਰਿੰਦਰ ਸਿੰਘ ਬਰਾੜ ਜੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਪ੍ਰੋਪਰਟੀ ਦਾ ਕਿੱਸਾ ਸ਼ੁਰੂ ਕਿੱਥੋਂ ਹੋਇਆ ਔਰ ਜਿਸ ਢੰਗ ਦੇ ਨਾਲ 33 ਸਾਲ ਲੜਾਈ ਲੱਗੀ ਰਹੀ ਇਸ ਪੂਰੀ ਪ੍ਰੋਪਰਟੀ ਨੂੰ ਲੈ ਕੇ, ਕਾਨੂੰਨੀ ਅੜਚਣਾਂ ਵੀ ਆਈਆਂ, ਉਹਨਾਂ ਅੜਚਣਾਂ ਤੋਂ ਬਾਅਦ ਅੱਜ ਜਿਹੜਾ ਕੇਸ ਦਾ ਫੈਸਲਾ ਹੋਇਆ। ਗੱਲਬਾਤ ਕਰਾਂਗੇ। ਸਰ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਵਿੱਚ ਔਰ ਨਾਲੋਂ ਨਾਲ ਕੰਗ੍ਰੈਚੁਲੇਸ਼ਨ ਕਿ 33 ਸਾਲ ਬਾਅਦ ਜਜਮੈਂਟ ਆ ਗਈ ਇਸ ਪੂਰੇ ਮਾਮਲੇ ਦੇ ਵਿੱਚ। ਥੈਂਕ ਯੂ ਵਿਨੀਤ, ਥੈਂਕ ਯੂ ਵੈਰੀ ਮਚ। ਇਹਦਾ ਮਾਮਲਾ ਜਿਹੜਾ ਇਕੱਲਾ ਜੇ ਆਪਾਂ ਕਹਾਂਗੇ ਵੀ ਪ੍ਰੋਪਰਟੀ ਦਾ ਕਦੋਂ ਸ਼ੁਰੂ ਹੋਇਆ, ਤੇ ਮੇਰੇ ਹਿਸਾਬ ਨਾਲ ਜਿੰਨੀ ਮੇਰੀ ਨੌਲੇਜ ਹੈਗੀ ਹੈ ਪਿਛਲੇ 11 ਸਾਲ ਤੋਂ ਮੈਂ ਆਪ ਕੇਸ ਲੜਿਆ। ਮੇਰੇ ਫਾਦਰ ਆਲਦੋ ਹੀ ਵਾਜ਼ ਅਲਾਈਵ, ਹੀ ਡਾਈਡ ਇਨ 2017, ਪਰ ਉਹਨਾਂ ਨੇ ਮੈਨੂੰ 2011 'ਚ ਕੇਸ ਦੇਤਾ ਸੀ ਲੜਨ ਵਾਸਤੇ ਫੁੱਲ ਟਾਈਮ, ਕਿਉਂਕਿ ਉਹ ਥੋੜ੍ਹੇ ਉਹਨਾਂ ਨੂੰ ਮੁਸ਼ਕਿਲ ਲੱਗਦਾ ਸੀ ਕੋਰਟਸ ਦੇ ਵਿੱਚ ਜਾਣਾ ਬਿਕੋਜ਼ ਆਫ ਹਿਜ਼ ਹੈਲਥ। ਅਤੇ ਜਿੰਨੀ ਕੁ ਫਿਰ ਮੈਨੂੰ ਨੌਲੇਜ ਗੈਦਰ ਹੋਈ, ਮੇਰੇ ਹਿਸਾਬ ਨਾਲ ਇਹ ਜਿਹੜਾ ਸਾਰਾ ਇਹ ਇੱਕ ਪਲਾਨ ਕੀਤਾ ਗਿਆ, ਪੈਲੇਸ ਇੰਟਰੀਗ ਕਹਿ ਦਿੰਦੇ ਹੈਗੇ, ਛੜਯੰਤਰ ਕਹਿ ਦਿੰਦੇ ਹੈ, ਉਹ ਜਦੋਂ ਮਹਾਰਾਜ ਦੇ ਬੇਟੇ ਮੇਰੇ ਤਾਇਆ ਜੀ ਟਿੱਕਾ ਹਰਮੋਹਿੰਦਰ ਸਿੰਘ ਦੀ ਡੈਥ ਹੁੰਦੀ ਹੈ 1981 ਦੇ ਵਿੱਚ। ਹਰ ਇੰਟਰਵਿਊ 'ਚ ਮੈਂ ਇਹੀ ਕਿਹਾ ਕਿ ਮੈਂ ਕਲੈਰੀਫਾਈ ਕਰਦਾ ਕਿ ਉਹਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਨਹੀਂ ਹੋਈ ਸੀਗੀ, ਉਹਨਾਂ ਦੀ ਡੈਥ ਡਾਇਬੀਟੀਜ਼ ਕਰਕੇ ਹੋਈ ਸੀ, ਵਾਜ਼ ਸਵੇਅਰਲੀ ਡਾਇਬੈਟਿਕ। ਤੇ ਕਿਹਾ ਜਾਂਦਾ ਸੀ ਕਿ ਮਹਾਰਾਜਾ ਸਾਹਿਬ ਦੇ
ਇਕਲੌਤੇ ਬੇਟੇ ਸੀ ਔਰ ਉਹਨਾਂ ਦੀ ਡੈਥ ਹੋ ਗਈ, ਅਖਬਾਰਾਂ ਦੀ ਸੁਰਖੀਆਂ ਵੀ ਰਿਹਾ, ਕਾਰ ਐਕਸੀਡੈਂਟ ਹੋ ਗਿਆ। ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕਾਰ ਐਕਸੀਡੈਂਟ ਨਹੀਂ ਸੀ, ਗਲਤ ਫਰੇਮ ਕੀਤਾ ਗਿਆ ਉਸ ਨੂੰ। ਹਾਂਜੀ, ਉਹ ਗਲਤ, ਆਈ ਡੋਂਟ ਨੋ ਕਦੋਂ ਰਿਪੋਰਟ ਹੋਇਆ ਤੇ ਕਿਸੇ ਨੇ ਉਹਨੂੰ ਕਲੈਰੀਫਾਈ ਵੀ ਨਹੀਂ ਕੀਤਾ, ਨਾ ਜ਼ਰੂਰਤ ਸਮਝੀ ਕਲੈਰੀਫਾਈ ਕਰਨ ਦੀ। ਬਟ ਸਿੰਸ ਹੁਣ ਮੈਨੂੰ ਮੌਕਾ ਮਿਲਿਆ ਕਲੈਰੀਫਾਈ ਕਰਨ ਦਾ, ਤਾਂ ਮੈਂ ਦੱਸ ਰਿਹਾ ਕਿ ਉਹਨਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਡੈਥ ਨਹੀਂ ਹੋਈ ਸੀਗੀ। ਉਹਨਾਂ ਦੀ ਡੈਥ ਡਾਇਬੀਟੀਜ਼ ਕਰਕੇ ਹੋਈ ਸੀ। ਹੀ ਵਾਜ਼ ਓਨਲੀ 44 ਇਅਰਸ 올ਡ ਵੈਨ ਹੀ ਡਾਈਡ, ਤੇ ਅਨਮੈਰਿਡ ਸੀਗੇ। ਤੇ ਉੱਥੋਂ ਦੀ ਫਿਰ ਜਿਹੜੇ ਨੌਕਰ ਸੀਗੇ, ਵਕੀਲ ਸੀਗੇ, ਤੇ ਹੋ ਸਕਦਾ ਵੀ ਮਹਾਰਾਜ ਸਾਹਿਬ ਦੀ ਇੱਕ ਬੇਟੀ ਵੀ ਇਨਵੋਲਵਡ ਹੋਵੇ, ਮਹਾਰਾਣੀ ਦੁਪਿੰਦਰ ਕੌਰ, ਤੇ ਉਹਨਾਂ ਨੇ ਉੱਥੋਂ ਪਲਾਨ ਕਰਨਾ ਸ਼ੁਰੂ ਕੀਤਾ। ਐਕਸਟੈਂਸਿਵ ਲਿਟੀਗੇਸ਼ਨ ਸੀ ਮਹਾਰਾਜ ਸਾਹਿਬ ਦੀ, ਵਕੀਲਾਂ ਕੋਲੇ ਬਲੈਂਕ ਸਾਈਨ ਪੇਪਰਸ ਹੁੰਦੇ ਆ, ਉਹ ਯੂਜ਼ ਕੀਤੇ ਗਏ ਵਿਲ ਕ੍ਰੀਏਟ ਉਹਦੀ ਕਾਪੀ ਕ੍ਰੀਏਟ ਕਰਨ ਨੂੰ, ਇੱਕ ਪੰਜਾਬੀ ਵਿਲ ਵੀ ਬਣਾਏਗੀ। ਸੋ ਇਹ 81 ਤੋਂ ਸ਼ੁਰੂ ਹੁੰਦਾ ਤੇ ਜਦੋਂ ਮਹਾਰਾਜ ਦੀ ਡੈਥ ਹੁੰਦੀ ਹੈ ਉਦੋਂ ਫਿਰ ਰਜਿਸਟਰਾਰ ਦੇ ਨਾਲ ਰਲ ਕੇ ਇਹਨੂੰ ਰਜਿਸਟਰ ਵੀ ਕੀਤਾ ਗਿਆ। ਯਾਨੀ ਸਿੱਧੇ ਤੌਰ ਤੇ ਜਿਹੜੀ ਪਰੰਪਰਾ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਕਿ ਰਾਜੇ ਤੋਂ ਬਾਅਦ ਉਹਨਾਂ ਦੇ ਬੇਟੇ ਜਿਹੜੇ ਨੇ ਉੱਤਰਾਧਿਕਾਰੀ ਹੁੰਦੇ ਨੇ ਸਾਰੀ ਪ੍ਰੋਪਰਟੀ ਦੇ, ਤੇ ਜਦੋਂ ਉੱਤਰਾਧਿਕਾਰੀ ਦੀ ਪਹਿਲਾਂ ਹੀ ਮੌਤ ਹੋ ਜਾਏ ਤੇ ਉਸ ਤੋਂ ਬਾਅਦ ਪ੍ਰੋਪਰਟੀਆਂ ਨੂੰ ਲੈ ਕੇ, ਰਾਜਗੱਦੀ ਨੂੰ ਲੈ ਕੇ ਖਾਸ ਕਰਕੇ ਛੜਯੰਤਰ ਪਹਿਲਾਂ ਵੀ ਵੇਖਣ ਨੂੰ ਮਿਲਦੇ ਸੀ। ਆ ਵੀ ਇਹੋ ਜਿਹਾ ਹੀ ਛੜਯੰਤਰ ਸ਼ੁਰੂ ਹੋਇਆ। ਸ਼ੁਰੂਆਤ ਕਿੱਥੋਂ ਹੋਈ? ਪਰਿਵਾਰ ਦੇ ਵਿੱਚ ਕਦੋਂ ਆਪਸ ਦੇ ਵਿੱਚ ਤਣਾਅ ਵੇਖਣ ਨੂੰ ਮਿਲਿਆ, ਜਾਂ ਪਰਿਵਾਰ ਜਿਹੜੇ ਨੇ ਉਹ ਆਪਸ ਦੇ ਵਿੱਚ ਕਿੱਦਾਂ ਅਲੱਗ ਹੋਏ? ਕੀ ਪੂਰੀ ਕੀ ਕਹਾਣੀ ਹੈ? ਜਿਹੜਾ ਪਰਿਵਾਰ ਵਿਖਰਨਾ ਸ਼ੁਰੂ ਹੁੰਦਾ ਉਹ 51 52 ਦੇ ਵਿੱਚ ਹੁੰਦਾ। ਸਾਡੇ ਵੱਡੇ ਭੂਆ ਜੀ ਉਹਨਾਂ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀਗਾ, ਤੇ ਉਹ ਉੱਥੋਂ ਉਹਦਾ ਜਿਹੜਾ ਆਰੋਪ ਸੀਗਾ ਜਾਂ ਜਿਹੜੀ ਰਿਸਪੌਂਸਿਬਿਲਿਟੀ ਸੀਗੀ ਉਸ ਟਾਈਮ, ਫੈਮਿਲੀ ਦੀ, ਮਹਾਰਾਜ ਬਾਹਰ ਗਏ ਹੋਏ ਸੀ ਤੇ ਫੈਮਿਲੀ ਦੀ ਰਿਸਪੌਂਸਿਬਿਲਿਟੀ ਮੇਰੇ ਗ੍ਰੈਂਡਫਾਦਰ 'ਤੇ ਸੀ। ਤੇ ਇਸ ਕਰਕੇ ਉਹਨਾਂ ਨੂੰ ਗੁਨੇਗਾਰ ਮੰਨਿਆ ਗਿਆ ਵੀ ਮੇਰੀ ਬੇਟੀ ਦਾ ਜੋ ਵੀ ਇਹ ਹਾਦਸਾ ਵਾਪਰਿਆ ਉਹ ਛੋਟੇ ਭਰਾ ਕਰਕੇ ਵਾਪਰਿਆ, ਉਹਨੇ ਠੀਕ ਤਰ੍ਹਾਂ ਖਿਆਲ ਨਹੀਂ ਰੱਖਿਆ। ਤੇ ਉੱਥੋਂ ਫਿਰ ਭਰਾਵਾਂ ਦੇ ਵਿੱਚ ਮਹਾਰਾਜ ਸਾਹਿਬ ਤੇ ਕੰਵਰ ਸਾਹਿਬ ਦੇ ਵਿੱਚ ਦਰਾਰ ਪੈਂਦੀ ਹੈ, ਉਹਨਾਂ 'ਚ ਦਰਾਰ ਪੈਂਦੀ ਹੈ, ਫਿਰ ਮੇਰੇ ਗ੍ਰੈਂਡ ਪੇਰੈਂਟਸ ਵਿੱਚ ਦਰਾਰ ਪੈ ਜਾਂਦੀ ਹੈ, ਫਿਰ ਮਹਾਰਾਜ ਤੇ ਰਾਣੀ ਸਾਹਿਬ ਦੇ ਵਿੱਚ ਦਰਾਰ ਪੈ ਜਾਂਦੀ ਹੈ। ਸੋ ਜਿਹੜੇ ਇਸ ਪਰਿਵਾਰ ਦੇ ਬੱਚੇ ਸੀਗੇ ਜਿਹਦੇ 'ਚ ਮੇਰੇ ਫਾਦਰ ਵੀ ਇੰਕਲੂਡਡ ਸੀ, ਉਹਨਾਂ ਦੀ ਬੜੀ ਟਰੋਮੈਟਿਕ ਤੇ ਟਰਮੋਇਲ ਭਰੀ ਲਾਈਫ ਸੀਗੀ ਜਦੋਂ ਉਹ ਗਰੋ ਅਪ ਕਰ ਰਹੇ ਸੀਗੇ। ਤੇ ਇਹ ਉੱਥੋਂ ਦੀ ਫਿਰ ਪਰਿਵਾਰ ਵਿਖਰਨਾ ਸ਼ੁਰੂ ਹੁੰਦਾ। ਪਰਿਵਾਰ ਵਿਖਰਦਾ, ਨੌਕਰ ਵਿੱਚ ਆ ਜਾਂਦੇ ਆ, ਨੌਕਰ ਨੇੜੇ ਹੋ ਜਾਂਦੇ, ਪਰਿਵਾਰ ਆਪਦਾ ਦੂਰ ਹੋ ਜਾਂਦਾ, ਉਹ ਸਲਾਹਕਾਰ ਬਣ ਜਾਂਦੇ, ਉਹ ਹਮੈਤੀ ਬਣ ਜਾਂਦੇ ਆ, ਤੇ ਪਰਿਵਾਰ ਨੂੰ ਬੜੀ ਇੱਕ ਸਸਪੀਸ਼ਨ ਨਾਲ ਦੇਖਿਆ ਜਾਂਦਾ ਵੀ ਇਹ ਮੇਰਾ ਕੋਈ ਨੁਕਸਾਨ ਕਰਨਾ ਚਾਹੁੰਦੇ, ਜਦੋਂ ਕਿ ਉਹ ਗਲਤ ਸੀਗਾ। ਕਿਸੇ ਨੇ ਇੰਡੀਵਿਜੂਅਲੀ ਕਿਸੇ ਦਾ ਅੱਜ ਤੱਕ ਨੁਕਸਾਨ ਨਹੀਂ ਕੀਤਾ ਹੈਗਾ। ਤੇ ਬਾਹਰਲੀ ਆਏ ਆ, ਉਹਨਾਂ ਨੇ ਹੀ ਡਰਾਇਆ ਕਿ ਇਹਨਾਂ ਨੇ ਤੁਹਾਡਾ ਨੁਕਸਾਨ ਕਰ ਦੇਣਾ, ਤੁਹਾਡੇ ਭਰਾ ਨੇ ਤੁਹਾਨੂੰ ਮਾਰ ਦੇਣਾ, ਤੁਹਾਡੇ ਲੜਕੇ ਨੇ ਤੁਹਾਨੂੰ ਜ਼ਹਿਰ ਦੇ ਦੇਣੀ ਹੈ। ਸੋ ਇਸ ਤਰ੍ਹਾਂ ਦੀ ਕਹਾਣੀਆਂ ਸੀਗੀਆਂ, ਤੇ ਇਸ ਤਰ੍ਹਾਂ ਪਰਿਵਾਰ ਦੂਰ ਹੁੰਦਾ ਗਿਆ। ਦੂਰ ਹੋਣ ਕਰਕੇ ਆ ਲਿਟੀਗੇਸ਼ਨ ਸ਼ੁਰੂ ਹੋਈ, ਨੌਕਰ ਹਾਵੀ ਹੋ ਗਏ, ਇੱਕ ਜਾਲੀ ਵਸੀਅਤ ਦੇ ਨਾਲ ਟਰਸਟ ਬਣਾਇਆ, ਸਭ ਨੂੰ ਦੂਰ ਰੱਖਿਆ ਗਿਆ। ਜਦੋਂ ਉੱਥੇ ਕੋਈ ਜਾਂਦਾ ਸੀਗਾ ਉਹਨਾਂ ਪ੍ਰੋਪਰਟੀਜ਼ ਦੇ ਵਿੱਚ, ਉਹਨਾਂ ਨੂੰ ਵਿਵਹਾਰ ਨੌਕਰਾਂ ਦਾ ਹੀ ਐਂ ਹੁੰਦਾ ਸੀ ਵੀ ਉਹ ਮਾਲਕ ਹੈਗੇ ਹੈ ਤੇ ਅਸੀਂ ਸ਼ਾਇਦ ਉੱਥੋਂ ਦੇ ਨੌਕਰ ਹੈਗੇ। ਤੇ ਬੜਾ ਇੱਕ ਟਫ ਪੀਰੀਅਡ 'ਚੋਂ ਇਹ ਫੈਮਿਲੀ ਗੁਜ਼ਰੀ ਹੈ। ਬੜੇ ਗਹਿਰੇ ਘਾਵ ਹੈਗੇ ਆ ਸਾਰਿਆਂ ਦੇ ਜ਼ਿਹਨਾਂ 'ਤੇ। ਤੇ ਮੇਰੀ ਤਾਂ ਗੁਰੂ ਮਹਾਰਾਜ ਨੂੰ ਇਹੀ ਅਰਦਾਸ ਹੈਗੀ ਹੈ ਕਿ ਹੁਣ ਫੈਮਿਲੀ ਨੂੰ ਆਪਦੀ ਪੁਰਾਣੀ ਹਿਸਟਰੀ ਤੋਂ ਸਿੱਖ ਕੇ ਇਕੱਠੇ ਹੋ ਜਾਣਾ ਚਾਹੀਦਾ, ਨਾ ਕਿ ਉਹੀ ਚੀਜ਼ ਦੁਹਰਾਉਣ ਵੀ ਬਾਹਰਲੇ ਲੋਕੀ, ਵਕੀਲ, ਜਿਹੜੇ ਇਹਨਾਂ ਵੈਸਟਡ ਇੰਟਰਸਟ ਹੈਗੇ, ਉਹ ਇਹਨਾਂ ਦੇ ਨੇੜੇ ਇਹਨਾਂ ਨੂੰ ਖਰਾਬ ਕਰਦੇ ਤੇ ਫੈਮਿਲੀ ਨੂੰ ਹੁਣ ਵੀ ਦੂਰ ਰੱਖਦੇ ਹੈ। ਤੇ ਉਹ ਚੀਜ਼ ਸਾਨੂੰ ਨਹੀਂ ਕਰਨੀ ਚਾਹੀਦੀ, ਤੇ ਇਕੱਠਾ ਹੋਣਾ ਚਾਹੀਦਾ। ਇੱਕ ਵਾਰੀ ਵਿਸ਼ਵਾਸ ਕਰਕੇ ਦੇਖਣਾ ਚਾਹੀਦਾ ਇੱਕ ਦੂਜੇ ਤੇ ਵੀ ਜਿਹੜੇ ਅਸੀਂ ਸਾਰੇ ਲੋਕ ਹੈ ਕਿੰਨੇ ਕੁ ਮਾੜੇ ਹੈਗੇ ਆ। ਲੇਕਿਨ ਬਰਾੜ ਸਾਹਿਬ, ਓਵਰਆਲ ਜਦੋਂ ਵੀ ਇਸ ਰਿਆਸਤ ਦੀ ਗੱਲ ਹੁੰਦੀ ਹੈ, ਫਰੀਦਕੋਟ ਰਿਆਸਤ ਦੀ ਗੱਲ ਹੁੰਦੀ ਹੈ, ਪ੍ਰੋਪਰਟੀ ਦਾ ਜ਼ਿਕਰ ਹੁੰਦਾ ਹੈ ਤੇ ਕਲੀਅਰ ਨਹੀਂ ਹੁੰਦਾ ਪ੍ਰੋਪਰਟੀ ਹੈ ਕਿੰਨੀ ਹੈ। 25,000 ਕਰੋੜ ਦੀ ਪ੍ਰੋਪਰਟੀ ਹੈ, 50,000 ਕਰੋੜ ਦੀ ਪ੍ਰੋਪਰਟੀ ਹੈ, ਜਾਂ ਉਸ ਤੋਂ ਵੱਧ ਦੀ ਪ੍ਰੋਪਰਟੀ ਹੈ। ਅਸਲ ਮਾਇਨੇ ਦੇ ਵਿੱਚ ਪ੍ਰੋਪਰਟੀ ਹੈ ਕਿੰਨੀ ਹੈ, ਇਸ ਦੇ ਬਾਰੇ ਵੀ ਜਾਣਕਾਰੀ ਦਿਓ। ਵਿਨੀਤ, ਕਾਫੀ ਸਾਰਾ ਵੇਰਵਾ ਤਾਂ ਪ੍ਰੋਪਰਟੀਜ਼ ਦਾ ਬਹੁਤ ਸਾਰੇ ਚੈਨਲਸ ਨੇ ਦਿੱਤਾ, ਤੁਸੀਂ ਵੀ ਬੜੇ ਦਿਨਾਂ ਤੋਂ ਕਵਰ ਕਰ ਰਹੇ ਹੋ, ਤੁਹਾਡੇ ਕੋਲ ਵੀ ਹੈਗਾ। ਸੋ ਇਹ ਹੁਣ ਜਿਹੜੀ ਇਹਦੀ ਐਗਜ਼ੈਕਟ ਵੈਲਿਊ ਹੈਗੀ ਹੈ, ਇਹ ਉਦੋਂ ਹੀ ਪਤਾ ਲੱਗੂਗੀ ਜਦੋਂ ਬਟਵਾਰਾ ਹੋਊਗਾ ਤੇ ਵੈਲੂਏਸ਼ਨ ਇਹਦੀ ਕਰਾਈ ਜਾਊਗੀ। ਇਹ ਸਾਰੇ ਇੱਕ ਕੰਜੈਕਚਰ ਤੇ ਗੈਸ ਹੈਗੇ ਹੈ।
ਕੋਈ 20 ਕਹਿੰਦਾ, ਕੋਈ 25 ਕਹਿੰਦਾ, ਕੋਈ 50 ਕਹਿੰਦਾ। ਮੈਂ ਉਹੀ ਦੱਸਦਾ ਕਿ ਜਿਹੜੇ ਲੋਕੀ ਬਾਹਰ ਹੈ ਇਸ ਚੀਜ਼ ਤੋਂ, ਉਹ ਸਿਰਫ ਇਹਦੀ ਫਾਈਨੈਂਸ਼ੀਅਲ ਜਿਹੜੀ ਹੈਗੀ ਹੈ ਐਸੈਟ ਵੈਲਿਊ ਦੇਖਦੇ ਹੈਗੇ ਹੈ, ਤੇ ਸਾਰੇ ਸਾਨੂੰ ਕੰਗ੍ਰੈਚੁਲੇਟ ਕਰਦੇ, ਪਰ ਉਹ ਚੀਜ਼ ਸਿਰਫ ਇੱਕ ਫਾਈਨੈਂਸ਼ੀਅਲ ਕਲੋਜ਼ਰ ਹੋਊਗਾ। ਸਾਡਾ ਜਿਹੜਾ ਇਮੋਸ਼ਨਲ ਕਲੋਜ਼ਰ ਉਹ ਤਾਂ ਹਜੇ ਤੱਕ ਵੀ ਨਹੀਂ ਹੋਇਆ, ਉਹ ਤਾਂ ਸ਼ਾਇਦ ਕਈ ਸਾਲ ਲੱਗ ਜਾਣਗੇ ਇਸ ਚੀਜ਼ ਨੂੰ, ਤੇ ਸ਼ਾਇਦ ਹੋਵੇ ਵੀ ਨਾ। ਯਾਨੀ ਬਰਾੜ ਸਾਹਿਬ ਤੁਹਾਡਾ ਕਹਿਣ ਦਾ ਆਹੀ ਮਤਲਬ ਹੈ ਕਿ ਆ ਜਿਹੜਾ ਕੇਸ ਵੀ ਹੋਇਆ, ਜਿਹੜਾ ਲਿਟੀਗੇਸ਼ਨ ਹੋਈ, ਇਸ ਦੇ ਵਿੱਚ ਕੱਲੀ ਪ੍ਰੋਪਰਟੀ ਕਰਕੇ ਨਹੀਂ ਬਲਕਿ ਆਪਣੇ ਸ਼ਾਹੀ ਰੁਤਬੇ ਨੂੰ ਕਾਇਮ ਰੱਖਣ ਲਈ ਵੀ ਲਿਟੀਗੇਸ਼ਨ ਹੋਈ। ਬਿਲਕੁਲ ਹੋਈ ਜੀ। ਸਾਡਾ ਹੌਲੀ ਹੌਲੀ ਜਿਹੜਾ ਰੁਤਬਾ ਸੀ, ਪਛਾਣ ਸੀਗੀ, ਸਾਡੇ ਆਪਦੇ ਸ਼ਹਿਰ ਫਰੀਦਕੋਟ ਥੱਲੇ ਜਾਂਦੀ ਗਈ ਹੈ। ਹੁਣ ਨਾ ਬਹੁਤ ਥੋੜ੍ਹੇ ਲੋਕ ਸਾਨੂੰ ਜਾਣਦੇ ਉੱਥੇ, ਤੇ ਇਹ ਸਾਡੀ ਵੀ ਗਲਤੀ, ਸਾਡੀ ਕਮਜ਼ੋਰੀ ਵੀ ਰਹੀ ਹੈ ਕਿ ਅਸੀਂ ਇਹ ਹੋਣ ਦਿੱਤਾ। ਬਟ ਮੇਰੇ ਵੱਲੋਂ ਤਾਂ ਇਹ ਸੀਗਾ ਕਿ ਇਸ ਫੈਮਿਲੀ ਦੀ ਜੋ ਰੁਤਬਾ ਹੋਣਾ ਚਾਹੀਦਾ, ਜੋ ਪਛਾਣ ਹੋਣੀ ਚਾਹੀਦੀ ਹੈ, ਜਿਹੜੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਇਸ ਫੈਮਿਲੀ ਦੀ ਉਸ ਸ਼ਹਿਰ ਨੂੰ, ਉਸ ਡਿਸਟ੍ਰਿਕਟ ਨੂੰ, ਉਹ ਸਾਡਾ ਵੀ ਕੁਝ ਫਰਜ਼ ਬਣਦਾ ਜਿਹੜਾ ਅਸੀਂ ਨਿਭਾ ਨਹੀਂ ਸਕੇ, ਕਿਉਂਕਿ ਅਸੀਂ ਕਮਜ਼ੋਰ ਸੀਗੇ, ਬਹੁਤ ਕਮਜ਼ੋਰ ਕੀਤਾ ਗਿਆ ਸਾਨੂੰ ਇੰਨੇ ਸਾਲਾਂ ਤੋਂ। ਤੇ ਮੈਂ ਤਾਂ ਇਹ ਲੜਾਈ ਇੱਕ ਬਹੁਤ ਇਮੋਸ਼ਨਲ ਐਂਗਲ ਤੋਂ ਲੜੀ ਹੈ। ਜਿਹੜੇ ਮੇਰੇ ਨੇੜੇ ਦੇ ਦੋਸਤ ਹੈਗੇ ਆ, ਮਿੱਤਰ ਹੈਗੇ, ਉਹਨਾਂ ਨੂੰ ਇਹ ਚੀਜ਼ ਪਤਾ ਹੈਗੀ ਹੈ ਵੀ ਇਕੱਲੇ ਪੈਸਾ ਤਾਂ ਇੱਕ ਇਹਦੇ ਨਾਲ ਇੱਕ ਇਹ ਚੀਜ਼ ਜੁੜੀ ਹੋਈ ਹੈ, ਨਾ ਕਿ ਪੈਸੇ ਦੇ ਨਾਲ ਦੂਜੀ ਚੀਜ਼ ਇਮੋਸ਼ਨਲ ਐਂਗਲ ਜੁੜਿਆ ਹੋਇਆ। ਇਹ ਉਲਟਾ ਹੈਗਾ। ਇਹ ਗਲਤ ਸੋਚਿਆ ਜਾਂਦਾ ਹੈਗਾ ਕਿ ਸਿਰਫ ਫਾਈਨੈਂਸ਼ੀਅਲ ਤੌਰ 'ਤੇ ਲੜਿਆ ਗਿਆ ਹੈਗਾ। ਫਾਈਨੈਂਸ਼ੀਅਲ ਤੌਰ 'ਤੇ ਲੜਨਾ ਹੁੰਦਾ ਤਾਂ ਬਹੁਤ ਪਹਿਲਾਂ ਅਸੀਂ ਇਹ ਲਿਟੀਗੇਸ਼ਨ ਛੱਡ ਚੁੱਕੇ ਹੁੰਦੇ। ਯਾਨੀ ਸਿੱਧੇ ਤੌਰ 'ਤੇ ਆਪਣੇ ਰੁਤਬੇ ਨੂੰ, ਡਿਗਨਿਟੀ ਨੂੰ ਕਾਇਮ ਰੱਖਣ ਲਈ ਇੱਥੋਂ ਤੱਕ ਪਹੁੰਚਿਆ ਮਾਮਲਾ। ਮੇਰੇ ਫਾਦਰ ਨੇ ਮੈਨੂੰ ਫੋਨ ਕੀਤਾ, ਉਸ ਟਾਈਮ ਮੈਂ ਸਿਟੀ ਬੈਂਕ USA ਦੇ ਵਿੱਚ ਕੰਮ ਕਰਦਾ ਸੀ, ਤੇ ਉਹਨਾਂ ਦਾ ਫੋਨ ਆਇਆ ਮੈਨੂੰ ਕਿ ਕੋਰਟ ਫੀ ਦਾ ਮੈਟਰ ਹੋ ਗਿਆ, ਰਿਜ਼ੋਲਵ ਹੋ ਗਿਆ, ਤੇ 15,45,000 ਕੋਰਟ ਫੀ ਲਾਉਣੀ ਹੈ, ਲਾਈਏ ਨਾ ਲਾਈਏ। ਤੇ ਮੈਂ ਕਿਹਾ ਵੀ ਕਿਵੇਂ ਲਾਵਾਂਗੇ? ਕਹਿੰਦੇ ਆ ਜਿਹੜਾ ਕੋਠੀ ਦਾ ਸਾਈਡ ਦਾ ਹਿੱਸਾ ਹੈ ਉਹਦੇ 'ਚੋਂ ਪਲਾਟ ਅੱਗੇ ਵੀ ਵੇਚੇ ਸੀ, ਕਹਿੰਦੇ ਇੱਕ ਹੋਰ ਵੇਚ ਦਿੰਦੇ। ਤੇ ਮੈਂ ਕਿਹਾ ਪਾਪਾ ਮੈਨੂੰ ਗਿਵ ਮੀ ਹਾਫ ਐਨ ਆਵਰ, ਆਈਲ ਕਾਲ ਯੂ ਬੈਕ। ਫਿਰ ਮੈਂ ਬੈਠਾ, ਸੋਚਿਆ, ਵਾਈਫ ਨਾਲ ਸਲਾਹ ਕੀਤੀ, ਤੇ ਉਹਨਾਂ ਨੂੰ ਫੋਨ ਕੀਤਾ ਕਿ ਜੇ ਸਾਰਾ ਕੁਝ ਵੀ ਵਿਕ ਜੇ ਤੇ ਆਪਾਂ ਲੜਾਂਗੇ, ਤੁਸੀਂ ਲਾ ਦਿਓ। ਸੋ ਇਹ ਬੜਾ ਡਿਫਰੈਂਟ ਜਜ਼ਬੇ ਨਾਲ ਲੜੇ ਆ। ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ, ਜੋ ਲੜਾਈ ਦੇ ਵਿੱਚ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਕਿਵੇਂ ਲੜਾਈ ਲੜੀ ਗਈ, ਕਿਵੇਂ ਕੀ ਕੀਤਾ ਗਿਆ। ਤੇ ਹੁਣ ਤਾਂ ਸਾਰੇ ਉਹ ਫਾਈਨੈਂਸ਼ੀਅਲ ਐਸਪੈਕਟ ਨੂੰ ਅੱਗੇ ਲੈ ਕੇ ਸਾਡੇ ਨਾਲ ਖੁਸ਼ੀ ਜ਼ਾਹਿਰ ਕਰਦੇ। ਅੱਛਾ ਲੱਗਦਾ ਜਿਹੜੇ ਵੈਲ ਵਿਸ਼ਰ ਹੈ ਫੋਨ ਕਰਦੇ ਹੈਗੇ ਆ, ਕੰਗ੍ਰੈਚੁਲੇਟ ਕਰਦੇ ਆ, ਪਰ ਜਿਹੜੀ ਉਹਨਾਂ ਦੀ ਕੰਗ੍ਰੈਚੁਲੇਸ਼ਨ ਮੇਰੇ ਦਿਲੋਂ ਮੰਨੀ ਜਾਂਦੀ ਹੈ, ਉਹ ਇਸੇ ਤੇ ਹੀ ਮੰਨੀ ਜਾਂਦੀ ਕਿ ਇਹਦਾ ਜਿਹੜਾ ਕੇਸ ਹੁਣ ਖਤਮ ਹੋਇਆ, ਤੇ ਹੋ ਸਕਦਾ ਵੀ ਫੈਮਿਲੀ ਹੁਣ ਅੱਗੇ ਇਕੱਠੀ ਹੋ ਜਾਏ। ਲੱਗਦਾ ਹੈ ਇਹੋ ਜਿਹੇ ਆਸਾਰ ਬਣਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਕਿਹਾ ਜਾਂਦਾ ਕਿ ਪਰਿਵਾਰ ਦੇ ਵਿੱਚ ਇੱਕ ਵਾਰ ਵੰਡੀਆਂ ਪੈ ਜਾਣ ਨਾ, ਬਹੁਤ ਔਖਾ ਹੁੰਦਾ ਹੈ ਉਹਨ ਵੰਡੀਆਂ ਨੂੰ ਖਤਮ ਕਰਕੇ ਮੁੜ ਤੋਂ ਪਰਿਵਾਰ ਨੂੰ ਇਕੱਠਾ ਕਰਨਾ। ਦੇਖੋ ਜੀ, ਜੇ 33 ਸਾਲ ਦਾ ਕੇਸ ਖਤਮ ਹੋ ਗਿਆ ਤੇ ਥੋੜ੍ਹੇ ਜਿਹੇ ਮਹੀਨੇ ਲਾ ਕੇ ਵੰਡੀਆਂ ਵੀ ਖਤਮ ਕੀਤੀਆਂ ਜਾ ਸਕਦੀਆਂ। ਉਹ ਵੀ ਮੈਂ ਕਹਿ ਰਿਹਾ, ਇੰਡੀਵਿਜੂਅਲੀ ਕਿਸੇ ਨੇ ਕਿਸੇ ਨੂੰ ਹਾਰਮ ਨਹੀਂ ਕੀਤਾ, ਤੇ ਸਾਰਿਆਂ ਨੇ ਇੱਕ ਦੂਜੇ ਬਾਰੇ ਇਹੀ ਸੁਣਿਆ ਵੀ ਉਹ ਕਿੰਨੇ ਮਾੜੇ ਹੈਗੇ ਆ। ਮੈਂ ਉਹੀ ਕਹਿ ਰਿਹਾ, ਵਰਤ ਕੇ ਦੇਖ ਲਓ ਕਿੰਨੇ ਕੁ ਮਾੜੇ ਹੈਗੇ ਆ, ਇੰਨੇ ਹੈ ਨਹੀਂ। ਜੇ ਮੈਸੇजेस ਆਉਂਦੇ ਸੀ, ਕੋਈ ਕਮੈਂਟ ਆਉਂਦੇ ਸੀ ਕੇਸ ਦੇ ਵਿੱਚ, ਜਦੋਂ ਜਾਂਦੇ ਸੀ ਆਮਣੇ ਸਾਹਮਣੇ ਕੋਈ ਗੱਲਬਾਤ ਹੁੰਦੀ ਸੀ? ਦੇਖੋ, ਜਦੋਂ ਆਮਨੇ ਸਾਹਮਣੇ ਹੋਏ, ਅਸੀਂ ਹਮੇਸ਼ਾ ਪ੍ਰੋਟੋਕਾਲ ਨਿਭਾਇਆ ਹੈਗਾ। ਅਸੀਂ ਛੋਟੇ ਹਾਂ, ਅਸੀਂ ਪੈਰੀ ਹੱਥ ਲਾ ਕੇ ਮਿਲਦੇ ਰਹੇ ਹਾਂ ਵੱਡਿਆਂ ਨੂੰ, ਜਿਹੜੇ ਸਾਡੇ ਕਜ਼ਨਸ ਉਹਨਾਂ ਨੂੰ ਵਿਸ਼ ਕਰਦੇ ਰਹੇ ਹਾਂ, ਉਹ ਵੀ ਪਿਆਰ ਨਾਲ ਹੀ ਮਿਲਦੇ ਸੀ। ਬਟ ਜਦੋਂ ਵੀ ਕੇਸ ਦੀ ਗੱਲ ਕੀਤੀ ਹੈ, ਕਿਸੇ ਨੇ ਬਹੁਤਾ ਐਂਟਰਟੇਨ ਨਹੀਂ ਕੀਤਾ। ਜਦੋਂ 2020 ਦੇ ਵਿੱਚ ਜੂਨ ਦੇ ਵਿੱਚ ਫੈਸਲਾ ਆਇਆ ਹਾਈ ਕੋਰਟ ਦੇ ਵਿੱਚ, ਉਦੋਂ ਮੈਂ ਕਾਫੀ ਟਰਾਈ ਕੀਤਾ। ਮੈਂ ਮੇਰੀ ਭੂਆ ਜੀ ਰਾਜਕੁਮਾਰੀ ਅੰਮ੍ਰਿਤ ਕੌਰ ਜਿਹੜੇ ਚੰਡੀਗੜ੍ਹ ਰਹਿੰਦੇ, ਉਹਨਾਂ ਕੋਲ ਗਿਆ। ਉਹਨਾਂ ਦੀ ਬੇਟੀ ਉਦੋਂ ਇੱਥੇ ਸੀ, ਬੇਟਾ ਤਾਂ ਉਦੋਂ ਇੰਗਲੈਂਡ ਸੀਗਾ, ਕੋਵਿਡ ਕਰਕੇ ਉਹ ਆ ਨਹੀਂ ਸਕੇ ਇੱਥੇ। ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਹੁਣ ਸਾਰਿਆਂ ਨੂੰ ਵੰਡੀ ਗਈ ਹੈ ਪ੍ਰਾਪਰਟੀ, ਹਾਈ ਕੋਰਟ ਨੇ ਫੈਸਲਾ ਕਰ ਦਿੱਤਾ, ਚੰਗਾ ਫੈਸਲਾ, ਸਭ ਨੂੰ ਮਿਲ ਗਿਆ ਕੁਛ ਨਾ ਕੁਛ, ਤੇ ਆਪਾਂ ਹੁਣ ਇਕੱਠੇ ਹੋ ਜਾਈਏ ਤੇ ਜਿਹੜੇ ਵੈਸਟਡ ਇੰਟਰਸਟ ਉਹਨਾਂ ਨੂੰ ਥੋੜ੍ਹਾ ਦੂਰ ਕਰੀਏ। ਫਿਰ ਮੈਂ ਆਪਣੇ ਕਜ਼ਨਸ ਹੈਗੇ ਆ, ਦੂਜੀ ਭੂਆ ਜੀ ਦੇ ਜਿਹੜੇ ਟਰਸਟ ਚਲਾ ਰਹੇ ਸੀ ਕਜ਼ਨ, ਉਹਨਾਂ ਨਾਲ ਗੱਲ ਕੀਤੀ। ਤੇ ਮੇਰੇ ਕਜ਼ਨ ਨਾਲ ਗੱਲ ਹੋਈ ਕੈਲਕਟਾ, ਤੇ ਉਹਨਾਂ ਨੇ ਕਿਹਾ ਵੀ ਹਜੇ ਤਾਂ ਸੁਪਰੀਮ ਕੋਰਟ ਹਜੇ ਬਾਕੀ ਹੈ, ਤੇ ਉਦੋਂ ਬਾਅਦ ਵੇਖਾਂਗੇ ਕੀ ਕਰਨਾ ਹੈਗਾ। ਤੇ ਉਹ ਸਾਰੇ ਐਪੀਸੋਡ ਦੇ ਵਿੱਚ ਸ਼ਾਇਦ ਉਹਨਾਂ ਨੂੰ ਲੱਗਿਆ ਹੋਊਗਾ ਵੀ ਇਹਨੂੰ ਪੈਸੇ ਦੀ ਬਹੁਤ ਲੋੜ ਹੈ। ਫਿਰ ਉਹੀ ਫਾਈਨੈਂਸ਼ੀਅਲ ਐਂਗਲ ਤੇ ਆ ਕੇ ਉਹਨਾਂ ਨੇ ਮੈਨੂੰ ਇਹ ਸੋਚ ਕੇ ਕਿ ਉਹਨਾਂ ਦੇ ਵਕੀਲ ਨੇ ਮੈਨੂੰ ਕਿਹਾ ਵੀ ਤੂੰ ਸਭ ਤੋਂ ਗਰੀਬ ਹੈ,
ਤੇ ਇਹ ਕਮੈਂਟ ਕੀਤਾ ਸੀਗਾ ਵੀ ਤੈਨੂੰ ਪੈਸੇ ਦੀ ਬੜੀ ਲੋੜ ਆ। ਮੈਨੂੰ ਹਾਲੇ ਕਿ ਪੈਸੇ ਦੀ ਇੰਨੀ ਲੋੜ ਨਹੀਂ, ਮੈਂ ਕਾਫੀ ਇੱਕ ਸਕਸੈਸਫੁਲ ਪ੍ਰਾਈਵੇਟ ਸੈਕਟਰ ਦਾ ਜੌਬ ਕਰਦਾ ਹੈਗਾ, ਤੇ ਮੈਨੂੰ ਇੰਨੀ ਲੋੜ ਹੈ ਨਹੀਂ ਪੈਸੇ ਦੀ ਜਿੰਨੀ ਉਹ ਸਮਝਦੇ ਹੈਗੇ ਆ। ਤੇ ਉਹਨਾਂ ਨੇ ਫਿਰ ਉਹੀ ਫਾਈਨੈਂਸ਼ੀਅਲ ਚੀਜ਼ ਤੇ ਸਾਰਾ ਚੀਜ਼ ਰਫਾ ਦਫਾ ਕਰਤੀ ਤੇ ਗੱਲ ਸੁਣੀ ਨਹੀਂ। 2 ਸਾਲ ਫਿਰ ਖਰਾਬ ਕੀਤੇ, 2 ਸਾਲ ਫਿਰ ਖਰਾਬ ਕੀਤੇ। ਤੇ ਜਿਵੇਂ ਕਹਿੰਦੇ ਮੁੜ ਖੁੜ ਖੋਤੀ ਬੋੜ ਥੱਲੇ, ਸੁਪਰੀਮ ਕੋਰਟ ਨੇ ਵੀ ਉਹੀ ਫੈਸਲਾ ਦਿੱਤਾ, ਰਾਈਟ। ਤੇ ਹੁਣ ਵੀ ਜੇ ਸਿਆਣੇ ਹੋਣ, ਵੱਡੇ ਆ ਤੇ ਮੇਰੇ ਤੋਂ ਤਾਂ ਸਿਆਣੇ ਹੋਣਾ ਹੀ ਚਾਹੀਦਾ ਉਹਨਾਂ ਨੂੰ, ਤੇ ਇਕੱਠੇ ਹੋ ਕੇ ਚੱਲਣਗੇ ਤਾਂ ਛੇਤੀ ਹੋ ਜਾਊਗਾ, ਨਹੀਂ ਤਾਂ ਫੇਰ ਇੱਕ ਦੂਜੇ ਨੂੰ ਔਖਾ ਕਰਾਂਗੇ, ਤਸੀਹੇ ਦੇਵਾਂਗੇ, ਤੇ ਬਾਹਰਲੇ ਲੋਕੀ ਜਿਹੜੇ ਹੈਗੇ ਉਹ ਫੈਮਿਲੀ ਦਾ ਤਮਾਸ਼ਾ ਦੇਖਣਗੇ। ਫਾਈਨੈਂਸ਼ੀਅਲ ਐਸੈਟਸ ਦੀ ਗੱਲ ਕਰੀਏ, ਲਗਾਤਾਰ ਪ੍ਰਾਪਰਟੀ ਦਾ ਹੀ ਜ਼ਿਕਰ ਹੁੰਦਾ ਹੈ ਕਿੱਥੇ ਕਿੱਥੇ ਪ੍ਰਾਪਰਟੀ ਹੈ, ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਦਿੱਲੀ ਦੇ ਵਿੱਚ ਹੈ, ਫਰੀਦਕੋਟ ਦੀ ਜੇਕਰ ਕੱਲੀ ਗੱਲ ਕਰੀਏ ਉੱਥੇ ਕਹਿੰਦੇ ਆ ਕਿ 8000 ਏਕੜ ਹੈ। ਇਸੇ ਤਰ੍ਹਾਂ ਨਾਲ ਹਿਮਾਚਲ ਦਾ ਜ਼ਿਕਰ ਹੁੰਦਾ ਹੈ, ਚੰਡੀਗੜ੍ਹ ਮਨੀ ਮਾਜਰਾ ਦਾ ਜ਼ਿਕਰ ਹੁੰਦਾ ਹੈ। ਓਵਰਆਲ ਕਿੱਥੇ ਕਿੱਥੇ ਪ੍ਰੋਪਰਟੀ ਬਹੁਤ ਫੈਲੀ ਵੀ ਹੈ ਜੀ। ਫਰੀਦਕੋਟ ਦਾ ਤੁਸੀਂ ਠੀਕ ਕਿਹਾ, ਜ਼ਮੀਨ ਹੈਗੀ ਹੈ, ਜ਼ਮੀਨ ਬਹੁਤ ਹੈਗੀ ਹੈ। ਫਿਰ ਕਿਲ੍ਹਾ, ਰਾਜ ਮਹਿਲ, ਅਸਤਬਲ, ਪੋਲੋ ਗਰਾਊਂਡ, 에ਅਰਫੀਲਡ, ਹੈਂਗਰ, ਜਿਹੜਾ 에ਅਰਪਲੇਨਸ ਵਾਸਤੇ ਹੁੰਦਾ ਹੈ। ਸਾਡੀ ਸਮਾਧਾਂ ਹੈਗੀਆਂ ਜਿਹਦੀ ਕੋਈ ਗੱਲ ਹੀ ਨਹੀਂ ਕਰਦਾ। ਮੈਨੂੰ ਬੜਾ ਦੁੱਖ ਹੁੰਦਾ ਕਿ ਕਿਉਂਕਿ ਉਸ ਚੀਜ਼ ਦੀ ਫਾਈਨੈਂਸ਼ੀਅਲ ਵੈਲਿਊ ਘੱਟ ਹੈ, ਉਸ ਦੀ ਕੋਈ ਗੱਲ ਹੀ ਨਹੀਂ ਕਰਦਾ। ਤੇ ਉਹਨਾਂ ਦਾ ਬੁਰਾ ਹਾਲ ਹੈ ਸਮਾਧਾਂ ਦਾ, ਉਹਦੀ ਕੋਈ ਗੱਲ ਹੀ ਨਹੀਂ ਕਰਦਾ, ਕਿਉਂਕਿ ਉੱਥੇ ਫਾਈਨੈਂਸ਼ੀਅਲ ਉਹਦਾ ਕੋਈ ਉਸ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ, ਇਸ ਕਰਕੇ ਉਹਦਾ ਕੋਈ ਗੱਲ ਹੀ ਜ਼ਿਕਰ ਹੀ ਨਹੀਂ ਆਉਂਦਾ ਹੈਗਾ। ਸਾਡੀਆਂ ਬਜ਼ੁਰਗਾਂ ਦੀਆਂ ਸਮਾਧਾਂ ਉੱਥੇ ਹੈ। ਇੱਕ ਸਾਡੀ ਬਜ਼ੁਰਗਾਂ ਦੀ ਸਮਾਧ ਹੈਗੀ ਹੈ ਥਾਨੇਸਰ ਦੇ ਵਿੱਚ, ਕੁਰੂਕਸ਼ੇਤਰ ਦੇ ਕੋਲੇ, ਉਹਦੀ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਹਦੀ ਫਾਈਨੈਂਸ਼ੀਅਲ ਵੈਲਿਊ ਕੋਈ ਨਹੀਂ ਹੈਗੀ। ਫਿਰ ਬਾਕੀ ਪ੍ਰੋਪਰਟੀਜ਼ ਹੈਗੀਆਂ ਮਸ਼ੋਬਰੇ ਦੇ ਵਿੱਚ, ਹਿਮਾਚਲ ਦੇ ਵਿੱਚ, ਫਿਰ ਦਿੱਲੀ ਦੇ ਵਿੱਚ ਬੜੀ ਕੀਮਤੀ ਪ੍ਰੋਪਰਟੀਜ਼ ਹੈਗੀਆਂ, ਹੈਦਰਾਬਾਦ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਹੈ। ਇੱਕ ਪ੍ਰੋਪਰਟੀ ਟਰਸਟ ਨੇ ਵੇਚ ਦਿੱਤੀ ਸੀਗੀ, ਉਹਦਾ ਵੀ ਹੁਣ ਮੇਰੇ ਖਿਆਲ ਦੁਬਾਰਾ ਸਾਨੂੰ ਕੁਝ ਕਰਨਾ ਪਊਗਾ। 10-11 ਏਕੜ ਦੇ ਵਿੱਚ DC ਹਾਊਸ ਹਿਸਾਰ ਸੀਗਾ, ਜਿਹੜਾ ਉਹ ਵੇਚਤਾ ਸੀ ਟਰਸਟ ਨੇ। 4 ਪਲੇਨ ਸੀਗੇ, ਤੇ ਉਹਨਾਂ 'ਚ ਕੁਝ ਪਲੇਨ ਵਰਕਿੰਗ ਕੰਡੀਸ਼ਨਸ ਵੀ ਸੀ, ਕਿਉਂਕਿ ਮੈਂ ਛੋਟਾ ਹੁੰਦਾ ਉੱਥੇ ਬਹੁਤ ਗਿਆ ਹੈਗਾ ਟਿਲ 1989, ਜਦੋਂ ਮਹਾਰਾਜ ਜਿਉਂਦੇ ਸੀ ਉਦੋਂ ਤੱਕ ਸਾਨੂੰ ਐਕਸੈਸ ਸੀਗਾ ਉਹਨਾਂ ਚੀਜ਼ਾਂ ਦਾ। ਤੇ ਮੇਰੇ ਫਾਦਰ ਨੂੰ ਪੂਰੀ ਨੌਲੇਜ ਸੀਗੀ ਵੀ ਕਿਹੜੀ ਚੀਜ਼ ਕਿੱਥੇ ਹੈ ਤੇ ਕਿਹੜੀ ਚੀਜ਼ ਕੀ ਹੈ। ਸਾਨੂੰ ਦਿਖਾਉਣ ਲਿਜਾਂਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਬੀੜ 'ਚ ਘੁੰਮਦੇ ਹੁੰਦੇ ਸੀਗੇ ਉੱਥੇ ਜਿਹੜੇ ਬੀੜ ਹੈਗੇ ਹੈ। ਤੇ ਬਹੁਤ ਸੋਹਣੀ ਪ੍ਰੋਪਰਟੀ ਸੀਗੀ, ਬਟ ਹੁਣ ਟੋਟਲੀ ਇਸ ਤਰ੍ਹਾਂ ਲੱਗਦਾ ਮਤਲਬ ਕਿਸੇ ਭੂਤ ਬੰਗਲੇ ਬਣੇ ਹੁੰਦੇ, ਖੰਡਰ ਬਣੇ ਹੁੰਦੇ, ਉਸ ਤਰ੍ਹਾਂ ਦੀ ਹਾਲਤ ਦੇ ਵਿੱਚ ਹੈਗੀ ਪ੍ਰੋਪਰਟੀ। ਯਾਨੀ ਇਸ ਲਿਟੀਗੇਸ਼ਨ ਨੇ ਪ੍ਰਾਪਰਟੀ ਨੂੰ ਵੀ ਖੰਡਰ ਦੇ ਵਿੱਚ ਤਬਦੀਲ ਕਰ ਦਿੱਤਾ। ਤੁਸੀਂ ਸੋਚੋ ਜਿਹੜੀਆਂ ਇਮਾਰਤਾਂ ਕਿੰਨੇ ਕਿੰਨੇ 100 ਸਾਲਾਂ ਤੋਂ ਖੜੀਆਂ ਸੀ ਉਹ ਖੰਡਰ ਹੋ ਗਈਆਂ, ਤੇ ਅਸੀਂ ਤਾਂ ਹੱਡ ਮਾਸ ਦੇ ਬੰਦੇ ਹਾਂ, ਤੇ ਸਾਡਾ ਕੀ ਹਾਲ ਹੋਇਆ ਹੋਣਾ। ਡਾਕਟਰ ਸਾਹਿਬ, ਵਸੀਹਤ ਦਾ ਕਿੱਥੋਂ ਜ਼ਿਕਰ ਹੋਇਆ? ਕਿਉਂਕਿ ਹਾਈ ਕੋਰਟ ਦੀ ਮੈਂ ਜਜਮੈਂਟ ਵੀ ਪੜ੍ਹ ਰਿਹਾ ਸੀ ਕਿ ਵਸੀਹਤ ਦੇ ਉੱਪਰ ਹੀ 250 ਤੋਂ ਲੈ ਕੇ 300 ਪੰਨਿਆਂ ਦੀ ਟਿੱਪਣੀ ਹੈ। ਆ ਵਸੀਹਤ ਕਿੱਦਾਂ ਤਿਆਰ ਹੋਈ, ਕਿਸ ਨੇ ਤਿਆਰ ਕੀਤੀ, ਔਰ ਉਸ ਤੋਂ ਬਾਅਦ ਜਿਹੜਾ ਇਹ ਟਰਸਟ ਬਣਿਆ, ਇਸ ਦੀ ਕੀ ਕਹਾਣੀ ਹੈ? ਕਿਸ ਤਰ੍ਹਾਂ ਮਹਾਰਾਜੀ ਟਰਸਟ ਇੱਕਦਮ ਖੜਾ ਹੋ ਗਿਆ, ਔਰ ਉਸ ਟਰਸਟ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਵੱਡੇ ਅਹੁਦੇ 'ਤੇ ਰੱਖਿਆ ਜਾਊਗਾ, ਕੁਝ ਇਸ ਤਰ੍ਹਾਂ ਦੀ ਵੀ ਗੱਲਾਂ ਹੋਈਆਂ। ਇਹ ਓਵਰਆਲ ਕਿਸ ਤਰ੍ਹਾਂ ਸਾਰਾ ਸਿਸਟਮ ਤਿਆਰ ਹੋਇਆ? ਕਿਉਂਕਿ ਜਦੋਂ ਇਹ ਵੀ ਸੁਣਨ 'ਚ ਆਤਾ ਹੈ, ਜਦੋਂ ਮਹਾਰਾਜਾ ਸਾਹਿਬ ਦੇ ਬੇਟੇ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਕਹਿੰਦੇ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਮਾਨਸਿਕ ਸਥਿਤੀ ਸੀ, ਉਹ ਵੀ ਕਾਫੀ ਖਰਾਬ ਹੁੰਦੀ ਨਜ਼ਰ ਆਈ ਸੀ, ਕਿਉਂਕਿ ਵੱਡਾ ਧੱਕਾ ਲੱਗਿਆ ਸੀ ਉਹਨਾਂ ਨੂੰ। ਦੇਖੋ, ਮਹਾਰਾਜ ਦੀ ਗੱਲ ਕਰੀਏ, ਧੱਕਾ ਜ਼ਰੂਰ ਲੱਗਿਆ ਸੀ ਉਹਨਾਂ ਨੂੰ, ਪਰ ਇਹ ਨਹੀਂ ਸੀਗਾ ਕਿ ਉਹ ਟੋਟਲੀ ਇੰਬੈਲੈਂਸ ਹੋ ਗਏ ਸੀਗੇ। ਲੋਕਾਂ ਨੂੰ ਮਿਲਦੇ ਸੀ, ਗੱਲਬਾਤ ਕਰਦੇ ਸੀਗੇ, ਤੇ ਜਿਸ ਤਰ੍ਹਾਂ ਦੀ ਲੈਂਗੁਏਜ ਉਸ ਵਸੀਅਤ ਵਿੱਚ ਯੂਜ਼ ਹੋਈ ਹੈ, ਮੈਂ ਵਿਸਤਾਰ ਨਾਲ ਤੁਹਾਨੂੰ ਦੱਸਦਾ ਹਾਂ ਵਸੀਅਤ ਬਾਰੇ ਵੀ, ਤੇ ਉਹ ਮਹਾਰਾਜ ਦੀ ਲੈਂਗੁਏਜ ਹੈ ਹੀ ਨਹੀਂ। ਮਹਾਰਾਜ ਤਾਂ ਬਹੁਤ ਜ਼ਿਆਦਾ ਫਲੂਐਂਟ ਸੀਗੇ ਇੰਗਲਿਸ਼ ਦੇ ਵਿੱਚ, ਸਪੋਕਨ ਇੰਗਲਿਸ਼, ਰਿਟਨ ਇੰਗਲਿਸ਼ ਦੇ ਵਿੱਚ। ਉਹ HSN ਕਾਲਜ, ਚੀਫਸ ਕਾਲਜ ਕਹਿੰਦੇ ਸੀ, ਲਾਹੌਰ ਦੇ ਪੜ੍ਹੇ ਸੀਗੇ, ਗੋਲਡ ਮੈਡਲਿਸਟ ਸੀਗੇ ਜੋਗ੍ਰਾਫੀ ਦੇ ਵਿੱਚ ਤੇ ਇੰਗਲਿਸ਼ ਐਸੇ ਰਾਈਟਿੰਗ ਦੇ ਵਿੱਚ। ਅੱਜ ਵੀ ਤੁਸੀਂ HSN ਕਾਲਜ ਜਾਓ, ਤੇ ਮੇਰੇ ਕੁਝ ਦੋਸਤ ਹੈਗੇ ਪਾਕਿਸਤਾਨ, ਉਹਨਾਂ ਨੇ ਉਹਨਾਂ ਦਾ ਰੋਲ ਆਫ ਆਨਰਸ ਦੇ ਉੱਤੇ ਨਾਂ ਦੇਖਿਆ ਹੋਇਆ। ਨਾ ਕਿ ਸਿਰਫ ਮਹਾਰਾਜ ਦਾ, ਮਹਾਰਾਜ ਦੇ ਜਿਹੜੇ ਫਾਦਰ ਸੀ ਮਹਾਰਾਜਾ ਬਰਜਿੰਦਰ ਸਿੰਘ, ਉਹਨਾਂ ਦਾ ਵੀ ਰੋਲ ਆਫ ਆਨਰ ਤੇ ਨਾਂ ਹੈਗਾ ਉੱਥੇ। ਇਰਰੈਲੇਵੈਂਟ ਵਰਡਸ ਯੂਜ਼ ਕੀਤੇ ਹੋਏ, ਬੈਡ ਟਾਈਪ ਰਾਈਟਿੰਗ ਹੈ। ਮਹਾਰਾਜ ਦੇ ਦੂਜੇ ਡਾਕੂਮੈਂਟਸ, ਉਹਨਾਂ ਦੀ ਲੈਟਰਸ, ਕੁਝ ਹੋਰ ਛੋਟੇ ਛੋਟੇ ਟਰਸਟ ਬਣਾਏ ਸੀ ਉਹਨਾਂ ਨੇ, ਆਪਦੀ ਪ੍ਰੋਪਰਟੀ ਦੇ ਨਹੀਂ, ਪਰ ਆਪਦੀ ਵਾਈਫ ਦੇ ਪ੍ਰੋਪਰਟੀ ਦੇ। ਕੁਛ ਪੈਸਾ ਉਹਨਾਂ ਨੇ
ਆਪਣੇ ਬੇਟੇ ਦਾ ਇੱਕ ਟਰਸਟ ਬਣਾਇਆ ਸੀ ਉਹਦੇ ਵਾਸਤੇ। ਕੁਛ ਇਹਨਾਂ ਦੀ ਨਾਨੀ ਜੀ ਜਿਹੜੇ ਇਹਨਾਂ ਦੇ ਬੱਚੇ ਸੀ ਮਹਾਰਾਜ ਦੇ, ਉਹਨਾਂ ਦੀ ਨਾਨੀ ਜੀ ਨੇ ਕੁਝ ਪੈਸੇ ਸੀਗੇ ਤੇ ਉਹਦੇ ਉਸ ਦਾ ਇੱਕ ਟਰਸਟ ਬਣਾਇਆ ਸੀ, ਰਾਣੀ ਕੁਲਦੀਪ ਕੌਰ ਟਰਸਟ ਬਣਾਇਆ ਸੀ। ਤੇ ਉਹ ਸੇਮ ਫਲॉलेस ਇੰਗਲਿਸ਼ ਉਹਨਾਂ ਟਰਸਟ ਆ ਜਿਹੜੀ ਸੀਗੀ ਵਸੀਅਤ ਜਿਹੜੀ ਇਹਨਾਂ ਨੇ ਪੈਦਾ ਕੀਤੀ ਨੌਕਰਾਂ ਨੇ। ਤੇ ਹੋ ਸਕਦਾ, ਮੈਨੂੰ ਲੱਗਦਾ ਕਿ ਇੱਕ ਡਾਟਰ ਮਹਾਰਾਣੀ ਦਪਿੰਦਰ ਕੌਰ ਵੀ ਉਹਦੇ 'ਚ ਇਨਵੋਲਵਡ ਸੀ। ਉਹਨੂੰ ਲੈਜੀਟੀਮੇਸੀ ਦੇਣ ਵਾਸਤੇ ਇੱਕ ਤਾਂ ਚੇਅਰਪਰਸਨ ਬਣ ਗਈ ਡਾਟਰ, ਤੇ ਫਿਰ ਇੱਕ ਹੋਰ ਡਾਟਰ ਸੀ ਮਹੀਪਿੰਦਰ ਕੌਰ। ਉਹਨਾਂ ਨੂੰ ਇਹ ਚੀਜ਼ਾਂ 'ਚ ਬਹੁਤ ਘੱਟ ਇੰਟਰਸਟ ਸੀਗਾ, ਪੈਸਾ ਇਹ ਉਹ ਅਨਮੈਰਿਡ ਸੀਗੇ ਤੇ ਉਹਨਾਂ ਨੂੰ ਬਿਲਕੁਲ ਇੰਟਰਸਟ ਨਹੀਂ ਸੀ। ਉਹਨਾਂ ਨੂੰ ਰੱਖਿਆ ਗਿਆ ਟਰਸਟ ਦੇ ਵਿੱਚ। ਤੇ ਜਦ ਮੈਂ ਫੇਰ ਆਊਂਗਾ ਮਹੀਪਿੰਦਰ ਕੌਰ ਜੀ ਦੀ ਗੱਲ ਕਰਦਾ, ਹੁਣ ਮੈਂ ਇਹ ਦੱਸਦਾ ਵਸੀਅਤ ਆਈ ਕਿਵੇਂ। ਮਹਾਰਾਜ ਦੀ ਡੈਥ ਹੁੰਦੀ ਹੈ 16/10/1989 ਨੂੰ, 16 ਅਕਤੂਬਰ 89। ਤੇ ਵਿਲ ਕਹਿੰਦੇ ਜੀ ਬਾਹਰ ਕੱਢੀ ਇੱਕ ਲੋਕਰ ਚੋਂ, ਖਾਲੀ ਲੋਕਰ ਸੀਗਾ ਜੀ, ਰਾਜੇ ਦਾ ਲੋਕਰ ਸੀ, ਸਿਰਫ ਇੱਕ ਬਿੱਲ ਪਈ ਸੀ, ਨਾ ਉਹਦੇ 'ਚ ਕੋਈ 4 ਪੈਸੇ ਸੀਗੇ, ਨਾ ਉਹਦੇ 'ਚ ਕੋਈ ਗਹਿਣਾ ਸੀਗਾ, ਨਾ ਕੋਈ ਕੀਮਤੀ ਘੜੀ ਸੀਗੀ, ਤੇ ਸਿਰਫ ਇੱਕ ਕਾਗਜ਼ ਦਾ ਲਿਫਾਫਾ ਪਿਆ ਸੀ ਜਿਹੜਾ ਸੀਲਡ ਸੀਗਾ। ਤੇ ਕਹਿੰਦੇ ਜਦੋਂ ਸੀਲ ਖੋਲੀ ਤੇ ਉਹਦੇ 'ਚੋਂ ਆ ਵਿਲ ਪ੍ਰਗਟ ਹੋਈ, ਜਿਹਦੇ ਤਹਿਤ ਟਰਸਟ ਬਣਿਆ ਸੀਗਾ। ਇਹ ਤੇ ਸਾਰਿਆਂ ਨੇ ਆ ਕੇ ਇਹੀ ਵਿਟਨੈਸ ਬਾਕਸ 'ਚ ਵੀ ਕਿਹਾ ਜੀ ਸਾਨੂੰ 20 ਤਰੀਕ ਤੋਂ ਪਹਿਲਾਂ ਇਸ ਵਿਲ ਦੇ ਬਾਰੇ ਕੁਝ ਪਤਾ ਹੀ ਨਹੀਂ ਸੀਗਾ। ਤੇ ਤੁਸੀਂ ਹੈਰਾਨ ਹੋਵੋਗੇ ਕਿ ਹਜੇ ਮਹਾਰਾਜ ਦਾ ਸ਼ਾਇਦ ਸੰਸਕਾਰ ਹੋਇਆ ਸੀ ਕਿ ਨਹੀਂ ਹੋਇਆ ਸੀ, ਇਹਨਾਂ ਨੇ ਪ੍ਰੋਪਰਟੀਜ਼ ਦੇ ਉੱਤੇ ਕਬਜ਼ਾ ਲੈਣਾ ਸ਼ੁਰੂ ਕਰਤਾ ਸੀਗਾ ਐਜ਼ ਟਰਸਟੀਜ਼। ਬਕਾਇਦਾ ਲੈਟਰਸ ਸਾਈਨ ਕਰਾਈਆਂ ਨੌਕਰਾਂ ਤੋਂ ਵੀ ਅਸੀਂ ਜਿਹੜੇ ਟਰਸਟ ਹੈ ਮਹਾਰਾਵਲ ਖੇਵਾ ਜੀ ਟਰਸਟ, ਅਸੀਂ ਇਹਦੇ ਵਫਾਦਾਰ ਹਾਂ। ਤੇ ਹਾਲਾਂਕਿ ਇਹ ਕਹਿੰਦੇ 20 ਤਰੀਕ ਨੂੰ ਪਹਿਲਾਂ ਪਤਾ ਲੱਗਦਾ। ਸੋ ਪਹਿਲਾ ਝੂਠ ਤਾਂ ਇਹੀ ਸੀਗਾ ਵਿਲ ਦਾ। ਫਿਰ ਉਹ ਵਿਲ ਜਦੋਂ ਆਈ ਫਿਰ ਇਹਨਾਂ ਨੇ ਓਰੀਜਨਲ ਵਿਲ ਪੇਸ਼ ਕੀਤੀ 20 ਸਾਲ ਦੇ ਬਾਅਦ ਤਕਰੀਬਨ। 1992 'ਚ 89 'ਚ ਡੈਥ ਹੁੰਦੀ ਹੈ, 92 'ਚ ਸੂਟ ਫਾਈਲ ਹੁੰਦਾ ਪਹਿਲਾ, ਜਿਹੜਾ ਮੇਰੇ ਗ੍ਰੈਂਡਫਾਦਰ ਕੌਣ ਜੀਤਿੰਦਰ ਸਿੰਘ ਨੇ ਕੀਤਾ, ਤੇ 2012 ਦੇ ਵਿੱਚ ਵਿਲ ਓਰੀਜਨਲ ਪੇਸ਼ ਕੀਤੀ ਜਾਂਦੀ ਹੈ। ਉਹ ਫਿਰ ਜਦੋਂ ਵਿਲ ਕੰਪੇਅਰ ਕੀਤੀ, ਫਿਰ ਰਜਿਸਟਰਾਰ ਆਫਿਸ 'ਚ ਵੀ ਵਿਲ ਲੱਗੀ ਹੋਈ ਸੀ ਜਿਹਨੂੰ ਇਹਦੀ ਕਾਪੀ ਕਹਿੰਦੇ ਸੀ, ਪਰ ਉਹ ਕਾਰਬਨ ਵਾਲੀ ਕਾਪੀ ਨਹੀਂ ਸੀਗੀ, ਉਹ ਵੀ ਇੱਕ ਟਾਈਪ ਕੀਤੀ ਹੋਈ ਕਾਪੀ ਸੀਗੀ, ਨਹੀਂ ਤਾਂ ਨੋਰਮਲੀ ਕਾਰਬਨ 'ਤੇ ਬਣਦੀ ਹੈ। ਕਾਰਬਨ 'ਤੇ ਇਹਨਾਂ ਨੇ ਵਿਲ ਇਸ ਕਰਕੇ ਨਹੀਂ ਬਣਾਈ ਕਿਉਂਕਿ ਪ੍ਰੀ ਸਾਈਨਡ ਸੀਗੀਆਂ ਵਿਲਸ, ਤੇ ਹੁਣ ਸਾਈਨ ਜਦੋਂ ਕੀਤੇ ਥੋੜੇ ਇੱਧਰ ਉੱਧਰ ਹੁੰਦੇ ਆ, ਤੁਸੀਂ ਕਾਰਬਨ 'ਤੇ ਕਰੋਗੇ ਤੇ ਉਹ ਫਿਰ ਟਾਈਪਿੰਗ ਇੱਧਰ ਉੱਧਰ ਹੋ ਜਾਊਗੀ ਸਾਰੀ। ਫਿਰ ਉਹ ਸਿਗਨੇਚਰ ਦੇ ਹਿਸਾਬ ਨਾਲ ਟਾਈਪਿੰਗ ਕਰਨ ਵਾਸਤੇ ਇਹਨਾਂ ਨੇ ਵਿਲ ਅੱਡ ਅੱਡ ਟਾਈਪ ਕੀਤੀ, ਇੱਕ ਜਿਹਨੂੰ ਓਰੀਜਨਲ ਕਹਿੰਦੇ ਤੇ ਇੱਕ ਜਿਹੜੀ ਰਜਿਸਟਰ ਆਫਿਸ ਵਿੱਚ ਲੱਗੀ ਹੁੰਦੀ ਹੈ। ਸੋ ਅੱਡ ਅੱਡ ਇਹਨਾਂ ਨੇ ਟਾਈਪ ਕੀਤੀ। ਉਹ ਵੀ ਇੱਕ ਸੀਗਾ ਵੀ ਦੋ ਕਿਉਂ ਕਾਪੀਜ਼ ਅੱਡ ਅੱਡ ਕਿਉਂ ਨਹੀਂ, ਕਾਰਬਨ ਕਿਉਂ ਨਹੀਂ ਯੂਜ਼ ਕੀਤਾ, ਇੰਗਲਿਸ਼ ਇੰਨੀ ਮਾੜੀ ਕਿਉਂ ਹੋ ਗਈ। ਹਰ ਕੋਰਟ ਨੇ ਅਲੱਗ ਅਲੱਗ ਖਾਮੀਆਂ ਵਿਲ ਦੀ ਕੱਢੀਆਂ। ਲੋਅਰ ਕੋਰਟ ਨੇ ਕੁਛ, ਟਰਾਇਲ ਕੋਰਟ ਨੇ ਐਡ ਕੀਤਾ ਉਹਨਾਂ 'ਚ, ਟਰਾਇਲ ਕੋਰਟ ਨੇ ਐਡ ਕੀਤਾ, ਹਾਈ ਕੋਰਟ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਵਿਸਤਾਰ 'ਚ ਚਲਾ ਗਿਆ। ਤੁਸੀਂ ਫਿਰ ਹੈਰਾਨ ਹੋਗੇ ਸੁਣ ਕੇ ਕਿ ਟਰਸਟ ਦੇ ਵਕੀਲਾਂ ਨੇ ਸਟੈਂਡ ਲਿਆ ਜੀ ਕਿਉਂਕਿ ਇਹ ਕੌਨਕਰੈਂਟ ਫਾਈਂਡਿੰਗ ਨਹੀਂ ਹੈਗੀ ਜੀ ਵਿਲ 'ਤੇ। ਕੌਨਕਰੈਂਟ ਫਾਈਂਡਿੰਗ ਹੁੰਦੀ ਸੇਮ ਜਜਮੈਂਟ ਚੱਲੇ ਕੋਰਟਸ ਵਿੱਚ, ਕਹਿੰਦੇ ਕੌਨਕਰੈਂਟ ਫਾਈਂਡਿੰਗ ਇਸ ਕਰਕੇ ਨਹੀਂ ਹੈਗੀ ਕਿਉਂਕਿ ਹਰ ਕੋਰਟ ਨੇ ਡਿਫਰੈਂਟ ਵਿਊਜ਼ ਲਏ ਹੈਗੇ ਕਿਉਂਕਿ ਕਿਉਂ ਵਿਲ ਜਾਲੀ ਹੈਗੀ ਹੈ। ਤੇ ਸੁਪਰੀਮ ਕੋਰਟ ਦੇ ਜੱਜ, ਆਈ ਵਾਸ ਵੈਰੀ ਇੰਪ੍ਰੈਸਡ ਵਿਦ ਦ ਜੱਜ, ਬੜੇ ਸਿਆਣੇ ਜੱਜ ਹੈਗੇ ਹੈ। ਤੇ ਉਹਨਾਂ ਨੇ ਕਹਿੰਦੇ ਅੱਛਾ ਫਿਰ ਇਹ ਟਾਈਪ ਕਿਹਨੇ ਕੀਤੀ ਵਿਲ, ਕਹਿੰਦੇ ਟਾਈਪਿਸਟ ਦਾ ਪਤਾ ਨਹੀਂ। ਨੋਰਮਲੀ ਜਦੋਂ ਦੱਸਦੇ ਹੁੰਦੇ ਵੀ ਕੌਣ ਕਿਹਨੇ ਟਾਈਪ ਕੀਤੀ, ਕਦੋਂ ਕੀਤੀ, ਕਹਿੰਦੇ ਸਾਨੂੰ ਜੀ ਪਤਾ ਨਹੀਂ। ਤੇ ਕਹਿੰਦੇ ਜੀ ਇਹ ਤਾਂ ਹੋ ਨਹੀਂ ਸਕਦਾ ਵੀ ਏਡੇ ਵੱਡਾ ਰਾਜਾ ਸੀਗਾ, ਐਡੀ ਸੋਹਣੀ ਰਿਆਸਤ ਚਲਾਉਂਦਾ ਸੀਗਾ, ਤੇ ਉਹਨੇ ਇੰਨੀਆਂ ਚੀਜ਼ਾਂ ਨਾ ਦੇਖੀਆਂ ਹੁੰਦੀਆਂ। ਫਿਰ ਉਹਨਾਂ ਨੇ ਆਹ ਚੀਜ਼ ਵੀ ਐਡ ਕਰਤੀ, ਕਹਿੰਦੇ ਦਿਸ ਇਜ਼ ਅ ਵੈਰੀ ਵੈਰੀ ਸਸਪੀਸ਼ੀਅਸ, ਦੈਟਸ ਦ ਐਗਜ਼ੈਕਟ ਵਰਡਸ। ਮੈਂ ਤਾਂ ਉੱਥੇ ਮੌਜੂਦ ਸੀਗਾ ਦੋਨੋਂ ਦਿਨ ਬਹਿਸ ਤੇ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਦਿਸ ਇਜ਼ ਅ ਵੈਰੀ ਵੈਰੀ ਸਸਪੀਸ਼ੀਅਸ ਸਰਕਮਸਟੈਂਸ। ਤੇ ਉਸ ਤੋਂ ਬਾਅਦ 6 ਕੁਐਸਚਨ ਪੁੱਛੇ ਟਰਸਟ ਵਾਲਿਆਂ ਨੂੰ, ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ। ਸੋ ਮੋਟਾ ਪੁਆਇੰਟ ਹੈ ਕਿ ਇਹ ਵਿਲ ਐਸੀ ਕਮਾਲ ਦੀ ਵਿਲ ਸੀ ਕਿ 33 ਸਾਲ ਲੱਗ ਗਏ ਇਸ ਵਿਲ ਦੇ ਨਾਲ ਜੂਝਦੇ ਹੋਏ। ਤੇ 33 ਸਾਲ ਜਿਹੜੇ ਟਰਸਟੀ ਸੀਗੇ, ਨੌਕਰ ਸੀਗੇ, ਉਹਨਾਂ ਨੇ ਇਸ ਪ੍ਰਾਪਰਟੀ ਨੂੰ ਲੁੱਟਿਆ, ਖ਼ਤਮ ਕੀਤਾ, ਬਿਲਕੁਲ ਦੇਖ ਰੇਖ ਨਹੀਂ ਕੀਤੀ, ਤੇ ਆਪਦੇ ਘਰ ਭਰੇ, ਜਾਇਦਾਦਾਂ ਬਣਾਈਆਂ। ਤੇ ਅੱਜ ਬੜੇ ਅਮੀਰ ਤੇ ਖੁਸ਼ਹਾਲ ਲੋਕ ਹੈਗੇ ਫਾਈਨੈਂਸ਼ਲੀ, ਇਹ ਸਾਰੇ ਜਿਹੜੇ ਟਰਸਟ ਵਾਲੇ ਹੈਗੇ। ਹੁਣ ਜਿਹੜਾ ਫੈਸਲਾ ਆਇਆ, ਜਿਹੜੀ ਜਜਮੈਂਟ ਆਈ ਹੈ,
ਸੈਟੀਸਫਾਈ ਹੋ ਇਸ ਜਜਮੈਂਟ ਦੇ ਨਾਲ 37 37 25 ਦੀ ਜਿਹੜੀ ਰੇਸ਼ੋ ਹੈ, ਕਿਆ ਇਸ ਨਾਲ ਤੁਸੀਂ ਸੈਟੀਸਫਾਈ? ਦੇਖੋ ਸੈਟਿਸਫੈਕਸ਼ਨ ਇਹ ਜ਼ਰੂਰ ਹੈਗੀ ਹੈ ਕਿ ਰੈਕਗਨੀਸ਼ਨ ਮਿਲੀ ਹੈ ਕਿ ਅਸੀਂ ਉਸ ਪਰਿਵਾਰ ਦਾ ਇੱਕ ਬੜਾ ਹੀ ਅਹਿਮ ਹਿੱਸਾ ਹੈਗੇ ਹਾਂ। ਸਾਨੂੰ ਬਹੁਤ ਚੀਜ਼ਾਂ ਕਹੀਆਂ, ਮੈਂ ਕੈਮਰੇ ਦੇ ਅੱਗੇ ਨਹੀਂ ਕਹਿਣਾ ਚਾਹੂੰਗਾ ਉਹ ਚੀਜ਼ਾਂ। ਮੈਨੂੰ ਆਪ ਹੀ ਦੁੱਖ ਹੁੰਦਾ ਉਸ ਚੀਜ਼ ਤੇ ਇੱਕ ਤਾਂ ਰੈਕਗਨੀਸ਼ਨ ਮਿਲੀ ਉਹਦੇ 'ਚ ਸੈਟਿਸਫੈਕਸ਼ਨ ਹੈਗੀ ਹੈ। ਪਰ ਕਿਉਂਕਿ ਇੰਨਾ ਲੰਬਾ ਸਮਾਂ ਬੀਤ ਗਿਆ ਹੈ, ਸਾਡਾ ਜਿਹੜਾ ਅਸਲ ਸਟੈਂਡ ਸੀਗਾ ਉਹ ਸੀ ਪ੍ਰਾਈਮੋਜੈਨੇਚਰ ਤੇ। ਸਾਡਾ ਰੂਲ ਵੀ ਪ੍ਰਾਈਮੋਜੈਨੇਚਰ ਹੀ ਸੀਗਾ ਫੈਮਿਲੀ ਦਾ। ਹਰ ਇੱਕ ਸਾਡੇ ਜਿਹੜੇ ਖਿਲਾਫ ਵੀ ਜਿਨ੍ਹਾਂ ਨੇ ਐਵੀਡੈਂਸ ਦਿੱਤੇ ਉਹਨਾਂ ਨੇ ਵੀ ਮੰਨਿਆ ਕਿ ਮੇਲ ਪ੍ਰਾਈਮੋਜੈਨੇਚਰ ਹੀ ਫੈਮਿਲੀ ਦੇ ਵਿੱਚ ਚੱਲਦਾ ਸੀਗਾ। ਪਰ ਹੁਣ ਸਮਾਂ ਬਦਲ ਗਿਆ, ਵਿਮਨਸ ਲਾਜ਼ ਅੱਗੇ ਆ ਗਏ ਹੈ, ਰਾਈਟ, ਵਿਮਨਸ ਰਾਈਟਸ ਅੱਗੇ ਆ ਗਏ, ਜਿਨ੍ਹਾਂ ਦੀ ਮੈਂ ਰਿਸਪੈਕਟ ਕਰਦਾ, ਬਹੁਤ ਰਿਸਪੈਕਟ ਹੈਗੀ ਹੈ ਵਿਮਨ ਦੀ। ਤੇ ਪਰ ਉਸ ਕਰਕੇ ਜਿਹੜਾ ਸਾਡਾ ਅਸਲ ਸਟੈਂਡ ਸੀ ਉਹ ਡਾਇਲਿਊਟ ਹੋ ਗਿਆ। ਰਾਜਕੁਮਾਰੀ ਅੰਮ੍ਰਿਤ ਕੌਰ ਨੇ ਸਹਾਰਾ ਲਿਆ ਸੀ ਇੱਕ ਰਾਜਾ ਆਫ ਫਰੀਦਕੋਟ ਸਟੇਟ ਐਕਟ ਹੈਗਾ 1948 ਦਾ, ਜਿਹਨੇ ਰਾਜਾ ਸਾਹਿਬ ਨੇ ਆਪਦੀ ਪ੍ਰੋਪਰਟੀ ਦੇ ਬਾਰੇ ਦੱਸਿਆ ਸੀ ਵੀ ਇਹ ਕਿਵੇਂ ਅੱਗੇ ਚੱਲੂਗੀ। ਤੇ ਰਾਜਕੁਮਾਰੀ ਅੰਮ੍ਰਿਤ ਕੌਰ ਕਹਿੰਦੇ ਕਿ ਕਿਉਂਕਿ ਸਭ ਤੋਂ ਵੱਡੀ ਹੈ, ਇਹ ਐਕਟ ਮੈਨੂੰ ਲੱਗਦਾ। ਤੇ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਇਹ ਜਿਹੜਾ ਐਕਟ ਹੈ ਤੁਹਾਨੂੰ ਤਾਂ ਬਿਲਕੁਲ ਨਹੀਂ ਲੱਗਦਾ, ਇਹ ਤਾਂ ਮੇਲ ਨੂੰ ਲੱਗਦਾ। ਤੇ ਉਹਦੇ ਵਿੱਚ ਸਾਫ਼ ਲਿਖਿਆ ਸੀ ਜੇ ਮੇਰੀ ਮੇਲ ਲਾਈਨ ਜਾਂ ਮੇਰੇ ਕਿਸੇ ਸਕਸੈਸਰ ਦੀ ਮੇਲ ਲਾਈਨ ਖਤਮ ਹੋ ਜਾਂਦੀ ਹੈ ਤੇ ਉਹ ਫਿਰ ਪ੍ਰੋਪਰਟੀ ਸ਼ਿਫਟ ਹੋ ਜਾਊਗੀ ਕਿਸੇ ਹੋਰ ਨੂੰ। ਜਿਹੜਾ ਯਾਨੀ ਕਿਹਾ ਜਾਂਦਾ ਸੀ ਕਿ ਜਿਸ ਤਰ੍ਹਾਂ ਸ਼ਾਹੀ ਪਰਿਵਾਰ ਹੁੰਦੇ ਸੀ ਬਈ ਅਗਰ ਰਾਜਾ ਦੇ ਬੇਟਾ ਨਹੀਂ ਹੈ ਤਾਂ ਰਾਜਾ ਦੇ ਅਗਰ ਕੋਈ ਭਰਾ ਹੈ ਤੇ ਉਸ ਦੇ ਬੇਟੇ ਨੂੰ ਹੈਂਡਓਵਰ ਹੁੰਦਾ ਸੀ, ਕੁਝ ਇਹੀ ਸਿਸਟਮ। ਮੈਂ ਉਹੀ ਦੱਸਦਾ ਜੀ, ਸਭ ਤੋਂ ਪਹਿਲਾਂ ਹੁਣ ਇਹ ਪੁਰਾਣੀਆਂ ਗੱਲਾਂ, ਸੋ ਅੱਜ ਦੀ ਡੇਟ ਵਿੱਚ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ, ਕੋਈ ਵੇਟੇਜ ਨਹੀਂ ਦਿੱਤੀ ਜਾਂਦੀ। ਸਭ ਤੋਂ ਪਹਿਲਾਂ ਜਿਹੜੇ ਸਾਡੇ ਚੀਫ ਸੀਗੇ ਭੱਲਨ ਸੀਗੇ, ਜਿਵੇਂ ਆ ਪਿੱਛੇ ਸਾਡਾ ਕ੍ਰੈਸਟ ਲੱਗਿਆ ਹੋਇਆ ਉਹ ਥੱਲੇ ਲਿਖਿਆ ਹੋਇਆ ਭੱਲਨ ਚੀਰਾ ਫਾੜੇ। ਇਹਦਾ ਪੂਰਾ ਹੈਗਾ ਭੱਲਨ ਚੀਰਾ ਫਾੜੇ ਅਕਬਰ ਦੇ ਦਰਬਾਰ। ਸੋ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ, ਉਹ ਫਿਰ ਕਦੀ ਸੁਣਾਵਾਂਗੇ। ਤੇ ਇਹ ਹੋਏ ਜੀ, ਭੱਲਨ ਦੇ ਮੇਲ ਇਸ਼ੂ ਨਹੀਂ ਸੀਗਾ ਜੀ। ਤੇ ਫਿਰ ਉਹਨਾਂ ਦਾ ਛੋਟਾ ਬ੍ਰਦਰ ਹੁੰਦਾ, ਲਾਲਾ ਸੀ ਉਹਨਾਂ ਦਾ ਨਾਂ, ਉਹਨਾਂ ਦਾ ਬੇਟਾ ਸੀ ਕਪੂਰਾ। ਸੋ ਕਪੂਰਾ ਨੂੰ ਉਹ ਗੱਦੀ ਮਿਲਦੀ ਹੈ, ਜਿਹੜਾ ਉਹ ਚੀਫ ਬਣਦੇ ਹੈਗੇ ਆ। ਕਪੂਰਾ ਹੀ ਸੀ ਜਿਨ੍ਹਾਂ ਨੂੰ ਮੇਰੇ ਖਿਆਲ 1628 ਦੇ ਵਿੱਚ ਉਹਨਾਂ ਨੇ ਸਿੱਖਇਜ਼ਮ ਅਡੋਪਟ ਕੀਤਾ। ਗੁਰੂ ਹਰਗੋਬਿੰਦ ਸਿੰਘ ਨੇ ਉਹਨਾਂ ਨੂੰ ਸਿੱਖਇਜ਼ਮ ਦੇ ਵਿੱਚ ਉਸ ਫੋਲਡ ਦੇ ਵਿੱਚ ਲੈ ਕੇ ਆਏ। ਤੇ ਉਦੋਂ ਬਾਅਦ ਅਸੀਂ ਸਿੱਖ ਬਣੇ, ਸਾਡੀ ਫੈਮਿਲੀਜ਼ ਪਹਿਲਾਂ ਰਾਜਪੂਤ ਸੀਗੇ। ਇਹ ਪਹਿਲਾ ਐਗਜ਼ਾਮਪਲ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜੇ ਸਾਡੇ ਫਰਸਟ ਰੈਕਗਨਾਈਜ਼ ਰਾਜਾ ਸੀ, ਰਾਜਾ ਪਹਾੜਾ ਸਿੰਘ, ਉਹ ਵੀ ਇਸੇ ਤਰ੍ਹਾਂ ਉਹਨਾਂ ਨੂੰ ਚੀਫ ਬਣੇ ਸੀਗੇ। ਪਹਿਲਾਂ ਉਹਨਾਂ ਦੇ ਫਾਦਰ ਦੀ ਡੈਥ 'ਤੇ ਉਹਨਾਂ ਦੇ ਵੱਡੇ ਬ੍ਰਦਰ ਸੀਗੇ ਗੁਲਾਬ ਸਿੰਘ, ਉਹਨਾਂ ਨੂੰ ਮਿਲਦਾ। ਗੁਲਾਬ ਸਿੰਘ ਦੀ ਡੈਥ ਹੁੰਦੀ ਹੈ ਅਤੇ ਉਹਨਾਂ ਦੇ 3 ਜਾਂ 4 ਸਾਲ ਦਾ ਲੜਕਾ ਸੀ ਅਤਰ ਸਿੰਘ, ਉਹਨਾਂ ਨੂੰ ਬਣਾਉਂਦੇ ਚੀਫ। ਫਿਰ ਅਤਰ ਸਿੰਘ ਦੀ ਡੈਥ ਹੋ ਜਾਂਦੀ ਹੈ, ਯਾਨੀ ਪੀੜ੍ਹੀ ਦਰ ਪੀੜ੍ਹੀ ਆਹੀ ਦਸਤੂਰ ਚੱਲਦਾ। ਉਦੋਂ ਬਾਅਦ ਪਹਾੜਾ ਸਿੰਘ ਨੂੰ ਮਿਲਦਾ। ਅੱਛਾ, ਹੋਰ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਜਿਹੜੇ ਰਾਜਾ ਹਰਿੰਦਰ ਸਿੰਘ ਤੇ ਕੰਵਰ ਮਨਜੀਤਿੰਦਰ ਸਿੰਘ ਦੇ ਫਾਦਰ ਸੀ ਮਹਾਰਾਜਾ ਬ੍ਰਜਿੰਦਰ ਸਿੰਘ, ਜਿਨ੍ਹਾਂ ਦੀ ਉੱਥੇ ਉਹ ਤਸਵੀਰ ਲੱਗੀ ਹੋਈ ਹੈ, ਠੀਕ ਹੈ, ਉਹ ਵੀ ਛੋਟੇ ਬ੍ਰਦਰ, ਉਹ ਰਾਜਾ ਦੇ ਬੇਟੇ ਨਹੀਂ ਸੀ, ਉਹ ਛੋਟੇ ਬ੍ਰਦਰ ਦੇ ਬੇਟੇ ਸੀਗੇ। ਕਿਉਂਕਿ ਰਾਜਾ ਬਲਬੀਰ ਸਿੰਘ ਜਿਹੜੇ ਸੀਗੇ ਉਹਨਾਂ ਦੇ ਮੇਲ ਇਸ਼ੂ ਕੋਈ ਨਹੀਂ ਸੀਗਾ, ਉਹਨਾਂ ਦੀ ਲੜਕੀਆਂ ਸੀਗੀਆਂ। ਤੇ ਉਹਨਾਂ ਦੇ ਛੋਟਾ ਬ੍ਰਦਰ ਸੀ ਕੰਵਰ ਗਜਿੰਦਰ ਸਿੰਘ, ਉਹਨਾਂ ਦੇ 2 ਬੇਟੇ ਸੀ ਬ੍ਰਜਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ। ਤੇ ਕੰਵਰ ਗਜਿੰਦਰ ਸਿੰਘ ਦੀ ਪਹਿਲਾਂ ਹੀ ਡੈਥ ਹੋ ਜਾਂਦੀ ਹੈ ਆਪਦੇ ਵੱਡੇ ਬ੍ਰਦਰ ਤੋਂ। ਤੇ ਫਿਰ ਉਹਨਾਂ ਦੇ ਵੱਡੇ ਬ੍ਰਦਰ ਰਾਜਾ ਬਲਬੀਰ ਸਿੰਘ, ਜਿਹੜੇ ਉਹਨਾਂ ਦੇ 2 ਨੈਫਿਊ ਹੁੰਦੇ, ਉਹਨਾਂ ਚੋਂ ਜਿਹੜਾ ਵੱਡਾ ਸੀਗਾ ਬ੍ਰਜਿੰਦਰ ਸਿੰਘ, ਉਹਨਾਂ ਨੂੰ ਚੂਜ਼ ਕਰਦੇ ਗੱਦੀ ਵਾਸਤੇ। ਸੋ ਇਹ ਪੁਰਾਣਾ ਦਸਤੂਰ ਸੀਗਾ। ਤੁਸੀਂ ਸੈਟੀਸਫਾਈ ਹੋ ਜਿਹੜਾ ਆਰਡਰ ਆਇਆ? ਮੈਂ ਸੈਟਿਸਫਾਈਡ ਸਿਰਫ ਇੱਕ, ਅਗੇਨ ਫਾਈਨੈਂਸ਼ਲੀ ਤਾਂ ਸੈਟਿਸਫਾਈਡ, ਇੱਕ ਸ਼ਾਹੀ ਰੁਤਬਾ ਜਿਹੜਾ ਮਿਲਿਆ, ਕਿਆ ਉਹ ਤਾਂ ਇੱਕ ਚੀਜ਼ ਹੈ ਜਿਹੜੀ ਬੜੀ ਅਹਿਮ ਹੈਗੀ ਹੈ। ਜਿਹੜਾ ਦੂਸਰਾ ਹੈਗਾ ਫਾਈਨੈਂਸ਼ਲੀ ਵੀ ਬਹੁਤ ਹੈਗਾ, ਠੀਕ ਹੈ। ਇੱਕ ਅਮਾਊਂਟ ਦੇ ਬਾਅਦ ਉਹ ਇੱਕ ਫਿਗਰ ਹੀ ਰਹਿ ਜਾਂਦੀ, ਉਹਦਾ ਕੋਈ ਫਾਇਦਾ ਜਾਂ ਨੁਕਸਾਨ, ਹਾਲਾਂਕਿ ਨੁਕਸਾਨ ਜ਼ਿਆਦਾ ਹੋ ਸਕਦਾ, ਬਹੁਤ ਜ਼ਿਆਦਾ ਪੈਸੇ ਦਾ ਵੀ। ਮੈਨੂੰ ਸਿਰਫ ਇੱਕ ਡਰ ਹੈ ਤੇ ਦੁੱਖ ਹੈ ਕਿ ਸੁਪਰੀਮ ਕੋਰਟ 'ਚ ਅਸੀਂ ਬੜਾ ਮਿੰਨਤ ਤਰਲਾ ਕੀਤਾ ਸੀਗਾ ਜੱਜਿਸ ਦਾ ਕਿ ਸਾਨੂੰ ਜਿਹੜੀ ਇੱਕ ਪ੍ਰੋਪਰਟੀ ਹੈਗੀ ਉਹ ਦੇ ਦਿਓ ਤੁਸੀਂ ਪ੍ਰਾਈਮੋਜੈਨੇਚਰ ਦੇ ਤਹਿਤ, ਜਾਂ ਕਿਲ੍ਹਾ ਜਾਂ ਰਾਜ ਮਹਿਲ। ਕਿਉਂਕਿ ਮੈਂ ਆਪਦੇ ਵਕੀਲਾਂ ਨੂੰ ਇਹ ਕਿਹਾ ਸੀ ਕਿ ਮੈਂ ਉਹਨਾਂ ਨੂੰ ਟੁੱਟਦੇ ਨਹੀਂ ਦੇਖ ਸਕਦਾ ਰਾਜ ਮਹਿਲ ਜਾਂ ਕਿਲ੍ਹੇ ਨੂੰ।
ਤੇ ਉਹ ਸਾਡੀ ਗੱਲ ਮੰਨੀ ਨਹੀਂ ਗਈ। ਹੁਣ ਮੈਨੂੰ ਇਹ ਬੜਾ ਡਰ ਹੈ ਕਿ ਉਹ 2 ਪ੍ਰਾਪਰਟੀਆਂ ਕਿਤੇ ਇਸ ਬਟਵਾਰੇ ਦੇ ਵਿੱਚ ਕਿਹੜੀਆਂ ਪ੍ਰਾਪਰਟੀ? ਰਾਜ ਮਹਿਲ ਤੇ ਕਿਲ੍ਹਾ ਜਿਹੜੇ ਹੈਗੇ ਉਹ ਤੋੜੀਆਂ ਨਾ ਜਾਣ, ਉੱਥੇ ਨਵੀਆਂ ਇਮਾਰਤਾਂ ਨਾ ਬਣਨ, ਉੱਥੇ ਸ਼ਾਪਿੰਗ ਮਾਲ ਨਾ ਬਣਨ, ਕਿਉਂਕਿ ਉਹ ਤਾਂ ਸਾਡੀ ਲੈਗੇਸੀ ਹੈਗੀ, ਸਾਡੀ ਹੋਂਦ ਹੈਗੀ ਹੈ। ਉਹ ਫਰੀਦਕੋਟ ਨਾ ਕਿ ਸ਼ਹਿਰ ਦੀ, ਪੂਰੇ ਡਿਸਟ੍ਰਿਕਟ ਦੀ ਸ਼ਾਨ ਹੈ। ਉਹ 2 ਮੋਨੂਮੈਂਟਸ ਤੇ ਇੰਨੇ ਪੁਰਾਣੇ, ਇੰਨੇ ਸੋਹਣੇ ਮੋਨੂਮੈਂਟਸ ਹੈ, ਉਹ ਇਸ ਗੱਲ ਦਾ ਮਲਾਲ ਹੈ। ਬਹੁਤ ਹੈਗਾ ਜੀ, ਬਹੁਤ ਹੈਗਾ। ਤੇ ਤੁਸੀਂ ਜਿਹੜੀ 33 ਸਾਲ ਦੀ ਗੱਲ ਕੀਤੀ, ਜਿਸ ਟਰਸਟ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਨੇ ਲੁੱਟਿਆ ਖਾਇਆ, ਪ੍ਰਾਪਰਟੀ ਬਣਾਈ, ਜਿਹੜੇ ਟਰਸਟੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਵੀ ਕੋਈ ਐਕਸ਼ਨ ਤਿਆਰ ਕਰ ਰਹੇ ਹੋ? ਐਕਸ਼ਨ ਜੀ, ਇਹਦੇ ਵਿੱਚ ਵੀ ਮੇਰਾ ਤਾਂ ਬਹੁਤ ਹੈਗਾ ਕਿ ਐਕਸ਼ਨ ਲੈਣਾ ਚਾਹੀਦਾ ਹੈ। ਤੇ ਕਈ ਲੋਕ ਮੈਨੂੰ ਕਹਿ ਰਹੇ ਨਾ ਲਓ ਐਕਸ਼ਨ, ਹੁਣ ਤੁਸੀਂ ਬਟਵਾਰਾ ਕਰੋ ਤੇ ਆਪਦੀ ਲਾਈਫ ਸਟਾਰਟ ਕਰੋ ਨਵੇਂ ਸਿਰੇ ਤੋਂ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਮੇਰੇ ਗ੍ਰੈਂਡਫਾਦਰ ਵੱਲ, ਕੰਵਰ ਮਨਜੀਤ ਇੰਦਰ ਸਿੰਘ ਵੱਲ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਮੇਰੇ ਫਾਦਰ ਵੱਲ, ਟਿੱਕਾ ਭਰਤ ਇੰਦਰ ਸਿੰਘ ਵੱਲ। ਸਾਨੂੰ ਐਕਸ਼ਨ ਲੈਣਾ ਚਾਹੀਦਾ ਉਹਨਾਂ 'ਤੇ। ਹਜੇ ਤੱਕ ਤਾਂ ਮੇਰਾ ਇਹੀ ਵਿਊ ਹੈ। ਅੱਗੇ ਅੱਜ ਵੀ ਮੇਰੇ ਸਵੇਰੇ ਕੁਝ ਫਰੈਂਡਸ ਨੇ ਮੇਰੇ ਇੰਟਰਵਿਊਜ਼ ਦੇਖੇ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਛੱਡ ਦੇ, ਇਹ ਜਿਹੜੀ ਰਿਵੈਂਜ ਦਾ ਜਿਹੜਾ ਇੱਕ ਮੁੱਦਾ ਤੂੰ ਖੜਾ ਕਰ ਰਿਹਾ ਇਹ ਨਾ ਕਰ। ਸੋ ਦੇਖੋ, ਬਹੁਤ ਸਾਰੇ ਐਸੇ ਵੀ ਸੀਗੇ ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਠੀਕ ਹੈ, ਠੋਕ ਕੇ ਕਰੋ। ਸੋ ਦੇਖਦੇ ਹਾਂ, ਐਂਡ ਆਫ ਦ ਡੇ ਤਾਂ ਪਰਿਵਾਰ ਹੈਗਾ, ਸੋ ਦੇਖਣਾ ਪਊਗਾ ਕਿਵੇਂ। ਚੱਲਦੇ ਸ਼ਾਹੀ ਲੁੱਕ ਵੀ ਦਿਖਾ ਦਿੰਦੇ ਆ ਦਰਸ਼ਕਾਂ ਨੂੰ, ਕਿਉਂਕਿ ਜਦੋਂ ਸ਼ਾਹੀ ਪਰਿਵਾਰ ਦੇ ਵਿੱਚ ਆਉਂਦੇ ਆ ਤੇ ਉਹਨਾਂ ਦੀ ਲੁੱਕ ਜ਼ਰੂਰ ਵੇਖਣ ਨੂੰ ਮਿਲਦੀ ਹੈ। ਖੜੇ ਹੋ ਕੇ ਅਸੀਂ ਵਿਖਾ ਵੀ ਦਿੰਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਮੇਰੇ ਗ੍ਰੈਂਡਫਾਦਰ ਹੈਗੇ ਕੰਵਰ ਮਨਜੀਤ ਇੰਦਰ ਸਿੰਘ ਜੀ। ਸੋ ਉਹਨਾਂ ਦੀ ਜਦੋਂ ਯੰਗ ਸੀਗੇ ਉਹਨਾਂ ਦੀ ਤਸਵੀਰ ਹੈਗੀ ਹੈ। ਇਹਦਾ ਜਿਹੜੀ ਓਰੀਜਨਲ ਪੇਂਟਿੰਗ ਹੈਗੀ ਹੈ, ਮੈਂ ਇੱਕ ਬੰਬੇ ਦੇ ਹੋਟਲ 'ਚ ਦੇਖੀ ਸੀ ਬਹੁਤ ਸਾਲ ਪਹਿਲਾਂ, ਕਿਉਂਕਿ ਬੜੀਆਂ ਸਾਰੀਆਂ ਪੇਂਟਿੰਗਸ ਮਹਿਲਾਂ 'ਚੋਂ ਵੇਚੀਆਂ ਗਈਆਂ ਸੀ। ਸੋ ਇਹ ਉਹਨਾਂ 'ਚੋਂ ਇੱਕ ਮੇਰੇ ਗ੍ਰੈਂਡਫਾਦਰ, ਇਹ ਮੇਰੇ ਫਾਦਰ ਹੈਗੇ ਆ ਟਿੱਕਾ ਭਰਤਿੰਦਰ ਸਿੰਘ। ਹਾਂਜੀ, ਇੱਧਰ ਮੈਂ ਤੁਹਾਨੂੰ ਪਹਿਲਾਂ ਛੋਟੇ ਬੱਚਿਆਂ ਦੀ ਦਿਖਾਉਣਾ ਜੀ ਤਸਵੀਰ। ਇਹ ਦੇਖੋ, ਇਹ ਵਾਲੀ ਤਸਵੀਰ ਜਿਹੜੀ ਹੈਗੀ ਰਾਜਾ ਹਰਿੰਦਰ ਸਿੰਘ ਦੀ ਹੈ, 4 ਸਾਲ ਦੀ ਉਮਰ ਤੇ। ਤੇ ਜਿਹੜੀ ਆ ਲੱਗੀ ਹੈਗੀ ਹੈ ਲੈਫਟ ਸਾਈਡ ਤੇ, ਇਹ ਮੇਰੇ ਦਾਦਾ ਜੀ ਹੈਗੇ 3 ਸਾਲ ਦੇ, ਕੰਵਰ ਮਨਜੀਤ ਇੰਦਰ ਸਿੰਘ। ਤੇ ਇੱਧਰ ਪੇਂਟਿੰਗ ਹੈਗੀ ਹੈ ਜੀ, ਇਹ ਮੇਰੇ ਗ੍ਰੇਟ ਗ੍ਰੈਂਡਫਾਦਰ ਹੈਗੇ ਹੈ ਮਹਾਰਾਜਾ ਬ੍ਰਿਜਿੰਦਰ ਸਿੰਘ। ਤੇ ਇੱਧਰ ਨਾਲ ਫੋਟੋਗ੍ਰਾਫ ਹੈ ਜੀ, ਇਹ ਮੇਰੀ ਪੜਦਾਦੀ ਜੀ ਹੈਗੇ ਆ ਮਹਾਰਾਣੀ ਮੋਹਿੰਦਰ ਕੌਰ, ਜਿਨ੍ਹਾਂ ਦਾ ਹਿੱਸਾ ਸਾਨੂੰ ਮਿਲਿਆ। ਇਹ ਹੈਗੇ ਆ ਜੀ। ਇੱਧਰ ਆ, ਇਹ ਮੇਰੇ ਦਾਦੀ ਜੀ ਹੈਗੇ ਜੀ ਕੰਵਰ ਰਾਣੀ ਜਗਦੀਸ਼ ਕੌਰ। ਇਹ ਮੈਂ ਇੱਕ ਸਮਾਧ ਦੀ ਗੱਲ ਕਰ ਰਿਹਾ ਸੀਗਾ ਥਨੇਸਰ ਦੇ ਵਿੱਚ ਜਿਹੜੀ ਹੈਗੀ ਹੈ, ਉਹ ਰਾਜਾ ਵਜ਼ੀਰ ਸਿੰਘ ਦੀ ਸੀਗੀ। ਅਖੀਰਲੇ 5-6 ਸਾਲ ਇਹਨਾਂ ਨੇ ਉੱਥੇ ਭਗਤੀ ਕੀਤੀ ਸੀ, ਜਾ ਕੇ ਆਪਦੀ ਗੱਦੀ ਛੱਡਤੀ ਸੀ, ਆਪਦੇ ਬੇਟੇ ਨੂੰ ਰਾਜਾ ਬਿਕਰਮ ਸਿੰਘ ਨੂੰ ਦੇਤੀ ਸੀਗੀ। ਤੇ ਇਹਨਾਂ ਨੇ ਫਿਰ ਉੱਥੇ ਤਪੱਸਿਆ ਕੀਤੀ। ਇੱਧਰ ਆ ਜਾਓ, ਮੈਂ ਤੁਹਾਨੂੰ ਕੁਝ ਹੋਰ ਤਸਵੀਰਾਂ ਦਿਖਾਉਣਾ। ਆ ਜਿਹੜੀ ਇੱਥੇ ਉੱਤੇ ਲੱਗੀ ਵੀ ਹੈ ਤਸਵੀਰ, ਲੈਫਟ ਸਾਈਡ ਤੋਂ ਦੇਖੋ, ਮੇਰੇ ਭੂਆ ਜੀ ਹੈਗੇ ਸਕੇ ਦਵਿੰਦਰ ਕੌਰ, ਫਿਰ ਮੇਰੇ ਫਾਦਰ ਹੈਗੇ ਹੈ, ਫਿਰ ਮਹਾਰਾਣੀ ਮੋਹਿੰਦਰ ਕੌਰ ਹੈ ਜਿਨ੍ਹਾਂ ਦਾ ਹਿੱਸਾ ਸਾਨੂੰ ਮਿਲਿਆ। ਫਿਰ ਉਹ ਜਿਹੜੇ ਛੋਟੇ ਹੈਗੇ ਆ ਜੀ, ਉਹ ਮੇਰੇ ਚਾਚਾ ਜੀ ਸੀਗੇ, ਇਹਨਾਂ ਦੀ ਬੜੀ ਯੰਗ ਏਜ ਡੈਥ ਹੋ ਗਈ ਸੀ 34 ਦੀ। ਤੇ ਜਿਹੜੇ ਉਹ ਬਿਲਕੁਲ ਰਾਈਟ ਸਾਈਡ ਤੇ ਦਿਖ ਰਹੇ ਹੈਗੇ, ਉਹ ਹੈਗੇ ਮਹਾਰਾਣੀ ਦੁਪਿੰਦਰ ਕੌਰ, ਜਿਨ੍ਹਾਂ ਦੇ ਟਰਸਟ ਚਲਾਇਆ ਸੀਗਾ ਜੀ। ਠੀਕ ਹੈ, ਇਹ ਥੱਲੇ ਇਹ ਬੱਚਿਆਂ ਦੀ ਫੋਟੋ ਲੱਗੀ ਹੋਈ ਹੈ ਜੀ, ਕਲੀਅਰ ਕਰ ਲਓ ਥੋੜੀ। ਇਹ ਮੇਰੇ ਫਾਦਰ ਹੈਗੇ ਆ ਜੀ, ਵਿੱਚ ਉਹਨਾਂ ਦੇ ਕਜ਼ਨ ਹੈਗੇ ਜੀ ਸ਼ਹਿਜ਼ਾਦਪੁਰ ਤੋਂ, ਉਹ ਹੈਗੇ ਹੈ। ਤੇ ਬਿਲਕੁਲ ਪਿੱਛੇ ਜਿਹੜੇ ਹੈਗੇ ਉਹ ਮੇਰੇ ਸਕੇ ਭੂਆ ਜੀ ਹੈ ਰਾਜਕੁਮਾਰੀ ਦਵਿੰਦਰ ਕੌਰ, ਉਹਨਾਂ ਦੀ ਵੀ ਹੁਣ ਡੈਥ ਹੋ ਚੁੱਕੀ ਹੈ। ਫਰੀਦਕੋਟ ਸਟੇਟ ਦਾ ਸਿੰਬਲ ਵੀ ਹਾਂਜੀ, ਹਾਂ, ਇਹਨੂੰ ਕ੍ਰੈਸਟ ਕਹਿੰਦੇ ਆ ਜੀ, ਉਹ ਉੱਤੇ ਲੱਗਿਆ ਬੇਟਾ, ਉੱਤੇ ਲੱਗਿਆ ਹੋਇਆ। ਇਹਨੂੰ ਕ੍ਰੈਸਟ ਕਹਿੰਦੇ ਜੀ, ਫਰੀਦਕੋਟ ਸਟੇਟ ਦਾ। ਇਹਦੇ ਥੱਲੇ ਲਿਖਿਆ ਹੋਇਆ ਭੱਲਨ ਚੀਰਾ ਫਾੜੇ, ਸਾਡੇ ਐਨਸੈਸਟਰ ਸੀਗੇ ਭੱਲਨ। ਤੇ ਇਹਦਾ ਪੂਰਾ ਸੀਗਾ ਭੱਲਨ ਚੀਰਾ ਫਾੜੇ ਅਕਬਰ ਦੇ ਦਰਬਾਰ। ਉਹ ਅਕਬਰ ਦੇ ਦਰਬਾਰ ਗਏ ਸੀਗੇ ਤੇ ਉਹਨਾਂ ਦਾ ਇੱਕ ਰਾਈਵਲ ਹੁੰਦਾ ਸੀ ਫਿਰੋਜ਼ਪੁਰ ਤੋਂ, ਇੱਕ ਅਫਗਾਨ ਸੀਗਾ। ਤੇ ਉੱਥੇ ਪੱਗ ਦਿੱਤੀ ਜਾਂਦੀ, ਅਫਗਾਨ ਨੂੰ ਪਹਿਲਾਂ ਦੇਤੀ, ਇਹਨਾਂ ਨੂੰ ਦਿੱਤੀ ਨਹੀਂ, ਤੇ ਇਹ ਖੋਹ ਲੈਂਦੇ ਆ ਪੱਗ। ਤੇ ਉਹ ਇੱਕ ਸਿਰਾ ਉਹ ਫੜ ਲੈਂਦਾ ਅਫਗਾਨ, ਇੱਕ ਸਿਰਾ ਇਹ ਭੱਲਨ ਫੜ ਲੈਂਦੇ, ਭੱਲਨ ਬਰਾੜ ਜਿਹੜੇ ਸੀ, ਤੇ ਖਿੱਚਦੇ ਆ ਤੇ ਉਹ ਫਟ ਜਾਂਦੀ ਹੈ ਪੱਗ। ਤੇ
ਅਕਬਰ ਬੜਾ ਖੁਸ਼ ਹੁੰਦਾ ਭੱਲਣ ਦੀ ਬਹਾਦਰੀ ਦੇਖ ਕੇ ਕਿ ਮੇਰੇ ਦਰਬਾਰ 'ਚ ਇਹਨੇ ਇੰਨੀ ਪਰਵਾਹ ਨਹੀਂ ਕੀਤੀ, ਇੰਨੀ ਜੁਰਤ ਹੈ ਇਹਦੀ। ਤੇ ਕਹਿੰਦੇ ਹੁਣ ਮਿਣ ਲਓ ਕਿੰਨਾ ਕਿੰਨਾ ਹੈਗਾ ਜਿਹੜਾ ਪੱਗ ਦਾ ਹਿੱਸਾ ਹੈ, ਜੀ ਤੇ ਉਹ ਤੁਸੀਂ ਉਨੀ ਟੈਰੀਟਰੀ ਵੰਡ ਦਿਓ ਇਹਨਾਂ 'ਚ। ਤੇ ਬਿਲਕੁਲ ਬਰਾਬਰ ਸੀ ਦੋਨੋਂ ਪੱਗਾਂ ਦਾ ਹਿੱਸਾ, ਤੇ ਫਿਰ ਬਰਾਬਰ ਉਹਨਾਂ ਨੂੰ ਵੰਡਤਾ। ਸੋ ਇਹ ਹਿਸਟਰੀ ਹੈ, ਕੋਈ 1600 ਕੁਛ ਦੀ ਹਿਸਟਰੀ ਸੁਣਾ ਰਿਹਾ। ਹਿਸਟਰੀ ਹੈ, ਇਹ ਹਿਸਟਰੀ ਹੈ ਜਿਹੜੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਾਨੂੰ ਜ਼ਰੂਰ ਵੇਖਣ ਨੂੰ ਮਿਲਦੀ ਹੈ। ਹਿਸਟਰੀ ਦੀ ਤਸਵੀਰ ਤੁਹਾਨੂੰ ਮੈਂ ਵਿਖਾ ਰਿਹਾ ਸੀ ਕਿ ਕਿਸ ਢੰਗ ਦੀ ਹਿਸਟਰੀ ਹੈ, ਔਰ ਇੱਕ ਹੋਰ ਤਸਵੀਰ ਵੀ ਤੁਹਾਨੂੰ ਵਿਖਾ ਦੇਣਾ। ਕੁਝ ਇਸ ਕੇਸ ਦੇ ਨਾਲ ਜੁੜੀਆਂ ਫਾਈਲਾਂ ਵੀ ਇੱਥੇ ਪਈਆਂ ਨੇ। ਇਹ ਕੁਝ ਕੁ ਫਾਈਲਾਂ ਨੇ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਜਾਂਦੀਆਂ ਸੀ। ਜਿੰਨਾ ਵੱਡਾ ਕੇਸ, ਜਿੰਨੀ ਵੱਡੀ ਪ੍ਰਾਪਰਟੀ ਦਾ ਜ਼ਿਕਰ ਹੁੰਦਾ ਹੈ, ਉਸ ਤੋਂ ਜ਼ਿਆਦਾ ਇਨ ਫਾਈਲਾਂ ਦਾ ਵੀ ਜ਼ਿਕਰ ਹੁੰਦਾ। ਤੁਸੀਂ ਦੇਖ ਸਕਦੇ ਹੋ 6 ਬੈਗ ਨੇ। ਹਾਲਾਂਕਿ ਇਹ ਕੁਝ ਕੁ ਹਿੱਸਾ ਹੈ, ਇਸ ਤੋਂ ਡਬਲ ਜਾਂ ਟ੍ਰਿਪਲ ਹੋਰ ਫਾਈਲਾਂ ਜਿਹੜੀਆਂ ਨੇ ਉਹ ਇਹਨਾਂ ਦੇ ਦਫ਼ਤਰ ਦੇ ਵਿੱਚ ਵੀ ਮੌਜੂਦ ਨੇ। ਯਾਨੀ ਜਿੰਨਾ ਕੁ ਵੱਡਾ ਕੇਸ ਸੀ, ਉਨੀ ਕੁ ਵੱਡੀਆਂ ਜਿਹੜੀ ਲੀਗਲੀ ਬੈਟਲ ਹੋਈ ਹੈ। ਵਕੀਲ ਸਾਹਿਬ ਦੀ ਵੀ ਜੇਕਰ ਗੱਲ ਕਰੀਏ, ਜਿਹੜਾ ਇਹਨਾਂ ਦਾ ਕੇਸ ਲੜ ਰਹੇ ਸੀ ਉਹ ਖੁਦ ਕੇਸ ਲੜਦੇ ਨਜ਼ਰ ਆਏ। ਉਸ ਤੋਂ ਬਾਅਦ ਉਹਨਾਂ ਦੇ ਬੇਟੇ ਸਾਹਿਬ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਇਨਵੋਲਵ ਹੋਏ। ਯਾਨੀ ਇੱਥੇ ਵੀ ਪੀੜ੍ਹੀਆਂ ਜਿਹੜੀਆਂ ਨੇ ਉਹ ਆਪਣੀ ਲੈਗੇਸੀ ਨੂੰ ਲੈ ਕੇ ਲੜਾਈ ਲੜਦੀਆਂ ਨਜ਼ਰ ਆਈਆਂ, ਔਰ ਦੂਜੇ ਪਾਸੇ ਵਕੀਲ ਸਾਹਿਬ ਜਿਹੜੇ ਨੇ ਉਹਨਾਂ ਦੀ ਵੀ ਪੀੜ੍ਹੀਆਂ ਜਿਹੜੀਆਂ ਨੇ ਇਸ ਕੇਸ ਨਾਲ ਜੁੜ ਗਈਆਂ। ਬੈਗਸ ਦੀ ਗੱਲ ਕਰੋ ਜੀ, ਤਕਰੀਬਨ 12 ਬੈਗ ਹੋਰ ਹੈਗੇ ਇਹ 6 ਬੈਗ, ਤਕਰੀਬਨ ਇੱਕ ਬੈਗ 30 40 ਕਿਲੋ ਦਾ। ਤੇ ਹਰ ਵਾਰੀ ਅਸੀਂ ਸੁਪਰੀਮ ਕੋਰਟ ਨਾਲ ਲੈ ਕੇ ਜਾਂਦੇ ਸੀ। ਤੇ ਵਕੀਲ ਸਾਹਿਬ ਜਿਹੜੇ ਹੈਗੇ ਉਹ ਮੇਰੇ ਵਾਸਤੇ ਤਾਂ ਮੇਰੇ ਫਰੈਂਡ ਹੈਗੇ, ਮੇਰੇ ਵੱਡੇ ਭਰਾ ਹੈਗੇ ਮਿਸਟਰ ਵਿਵੇਕ ਭੰਡਾਰੀ। ਬੜੀ ਮਦਦ ਕੀਤੀ ਉਹਨਾਂ ਨੇ। 11 ਸਾਲ 2011 ਤੋਂ ਮੇਰੇ ਨਾਲ ਹੈ। ਕੇਸ ਉਹਨਾਂ ਨੇ ਤਿਆਰ ਕੀਤਾ ਸੀਗਾ ਉਹਨਾਂ ਦੇ ਫਾਦਰ ਦੀ ਗਾਈਡੈਂਸ ਦੇ ਅੰਡਰ। ਤੇ ਉਦੋਂ ਬਾਅਦ ਯਾਨੀ ਵਕੀਲ ਸਾਹਿਬ ਦੇ ਫਾਦਰ, ਫਿਰ ਵਕੀਲ ਸਾਹਿਬ, ਫਿਰ ਉਹਨਾਂ ਦੇ ਬੇਟੇ ਸਾਹਿਬ। ਜਸਟਿਸ ਭੰਡਾਰੀ ਜਿਹੜੇ ਸੀ ਉਹ ਪ੍ਰੈਕਟਿਸ ਨਹੀਂ ਕਰਦੇ ਸੀ ਇੱਥੇ ਇਹਨਾਂ ਕੋਰਟਸ ਵਿੱਚ, ਪੰਜਾਬ ਦੀਆਂ ਕੋਰਟਸ ਵਿੱਚ। ਤੇ ਉਹਨਾਂ ਦੀ ਗਾਈਡੈਂਸ ਦੇ ਅੰਡਰ ਮਿਸਟਰ ਵਿਵੇਕ ਭੰਡਾਰੀ ਨੇ ਕੇਸ ਤਿਆਰ ਕੀਤਾ। ਫਿਰ ਕੁਛ ਹੋਇਆ ਕਿਉਂਕਿ ਮੇਰੇ ਗ੍ਰੈਂਡਫਾਦਰ ਸੀ, ਫਿਰ ਮੇਰੇ ਫਾਦਰ ਸੀ, ਤੇ ਕੋਈ ਹੋਰ ਵਕੀਲ ਆ ਗਏ ਵਿੱਚ। ਫਿਰ 2000 ਮੈਂ ਭੰਡਾਰੀ ਸਾਹਿਬ ਨੂੰ 2005 ਦਾ ਜਾਣਦਾ ਸੀ, ਐਜ਼ ਅ ਬੈਂਕਰ ਜਾਣਦਾ ਸੀ, ਕਦੀ ਦੱਸਿਆ ਨਹੀਂ ਸੀ ਮੈਂ ਕਿਹੜੀ ਫੈਮਿਲੀ ਦਾ। ਤੇ 2011 'ਚ ਉਹਨਾਂ ਨੂੰ ਪਤਾ ਲੱਗਦਾ ਵੀ ਮੈਂ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦਾ। ਤੇ ਉਹ ਕਹਿੰਦੇ ਵੀ ਕੇਸ ਤਾਂ ਮੈਂ ਤਿਆਰ ਕੀਤਾ ਸੀ। ਮੈਂ ਕਿਹਾ ਮੈਨੂੰ ਇਹਦਾ ਗੱਲ ਦਾ ਪਤਾ ਹੈ। ਕਹਿੰਦੇ ਤੂੰ ਕਦੀ ਦੱਸਿਆ ਨਹੀਂ। ਮੈਂ ਕਿਹਾ ਜੀ ਮੈਂ ਕਦੀ ਦੱਸਦਾ ਨਹੀਂ ਸੀ। ਐਜ਼ ਅ ਬੈਂਕਰ ਜਦੋਂ ਜਿਹਨੂੰ ਮਿਲਦਾ ਸੀ ਤੇ ਐਜ਼ ਅ ਬੈਂਕਰ ਹੀ ਮਿਲਦਾ ਸੀ। ਤੇ ਐਜ਼ ਅ ਸਿੰਪਲ ਫਾਰਮਿੰਗ ਫੈਮਿਲੀ ਦਾ ਇੱਕ ਲੜਕਾ ਬਣ ਕੇ ਮਿਲਦਾ ਸੀ। ਕਦੀ ਆਪਦਾ ਰਾਇਲ ਬੈਕਗਰਾਊਂਡ ਨਹੀਂ ਦੱਸਿਆ, ਇਵੇਂ ਤੁਹਾਨੂੰ ਮਿਲਿਆ ਸੀ। ਫਿਰ 2011 ਦੇ ਅਸੀਂ ਜੁੜੇ ਤੇ ਅੱਜ 2022 ਹੋ ਗਈ। ਦਿਨ ਰਾਤ ਮੈਂ ਮੇਰੇ ਖਿਆਲ ਭੰਡਾਰੀ ਸਾਹਿਬ ਦੇ ਘਰ ਜਿੰਨੇ ਵੀਕਐਂਡਸ ਲਾਏ ਹੈਗੇ, ਸ਼ਾਇਦ ਮੈਂ ਆਪਦੇ ਬੱਚੇ ਤੇ ਵਾਈਫ ਦੇ ਨਾਲ ਟਾਈਮ ਨਹੀਂ ਸਪੈਂਡ ਕੀਤਾ। ਕਿਉਂਕਿ ਜਦੋਂ ਅਸੀਂ ਮਿਲੇ ਸੀ 2011 'ਚ ਸਾਡੇ ਕੋਲ ਇੱਕ ਫਾਈਲ ਸੀਗੀ ਕੋਈ 50-60 ਪੇਜ ਦੀ। ਤੇ ਅੱਜ ਤੁਹਾਨੂੰ ਮੈਂ ਰਿਕਾਰਡ ਤਾਂ, ਤੁਸੀਂ ਕੁਛ ਰਿਕਾਰਡ ਤਾਂ ਦੇਖਿਆ ਹੀ ਹੈਗਾ ਕਿੰਨਾ ਕ੍ਰੀਏਟ ਕੀਤਾ ਹੈਗਾ। ਸੋ ਇਹਨੂੰ ਪੜ੍ਹਨਾ ਲਿਖਣਾ, ਮੈਨ ਪਾਵਰ ਸਾਡੇ ਕੋਲ ਸੀਗੀ ਨਹੀਂ। ਭੰਡਾਰੀ ਸਾਹਿਬ ਆਫਿਸ 'ਚ ਹੁੰਦੇ ਸੀ, ਮੈਂ ਭੱਜਿਆ ਫਿਰਦਾ ਸੀ, ਕਦੀ ਫੋਟੋ ਸਟੈਟ ਕਰਾਓ, ਕਦੀ ਆਰਕਾਈਵ ਜਾ ਕੇ ਡਾਕੂਮੈਂਟਸ ਕੱਢੋ। ਤੇ ਬੜੀ ਮਿਹਨਤ ਕੀਤੀ, ਦਿਨ ਰਾਤ ਇੱਕ ਕੀਤਾ ਤੇ ਕੇਸ ਨੂੰ ਇੱਥੋਂ ਤੱਕ ਲੈ ਕੇ ਆਏ। ਬਿਲਕੁਲ। ਔਰ ਅੱਜ ਮਿਹਨਤ ਇਹਨਾਂ ਦੀ ਰੰਗ ਲਾਉਂਦੀ ਵੀ ਨਜ਼ਰ ਆਈ ਹੈ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਆਇਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਫਾਈਨੈਂਸ਼ੀਅਲ ਐਸੈਟਸ ਦੀ ਗੱਲ ਕਰੀਏ, ਇਕੱਲਾ ਪ੍ਰੋਪਰਟੀ ਨੂੰ ਲੈ ਕੇ ਲੜਾਈ ਨਹੀਂ ਲੜੀ ਗਈ, ਬਲਕਿ ਜਿਹੜਾ ਸ਼ਾਹੀ ਰੁਤਬਾ ਸੀ ਉਹ ਕਾਇਮ ਰਹੇ, ਉਸ ਨੂੰ ਲੈ ਕੇ ਵੀ ਇਹਨਾਂ ਦੀ ਤਰਫੋਂ ਆ ਲੜਾਈ ਲੜੀ ਗਈ। ਔਰ 33 ਸਾਲ ਬਾਅਦ ਅੱਜ ਆ ਲੜਾਈ ਜਿਹੜੀ ਹੈ ਉਹ ਮੁੱਲ ਪਾਉਂਦੀ ਹੋਈ ਨਜ਼ਰ ਆਈ ਹੈ। ਧੰਨਵਾਦ ਸਰ, ਸਾਡੇ ਨਾਲ ਗੱਲਬਾਤ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ। ਥੈਂਕ ਯੂ ਵਿਨੀਤ, ਥੈਂਕ ਯੂ। ਬਿਲਕੁਲ। ਇਸ ਪਰਿਵਾਰ ਨਾਲ ਵੀ ਤੁਹਾਨੂੰ ਹੋਰ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਨਾਲ ਵੀ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਵਿਖਾਵਾਂਗੇ ਕਿ ਆਖਿਰ ਜਿਹੜੀ ਫਰੀਦਕੋਟ ਪੂਰੀ ਸਟੇਟ ਸੀ ਉਸ ਦਾ ਕੀ ਇਤਿਹਾਸ ਸੀ, ਕੀ ਪਿਛੋਕੜ ਸੀ, ਔਰ ਸਾਲ ਦਰ ਸਾਲ ਕੀ ਕੁਝ ਉਤਾਰ ਚੜਾਵ ਜਿਹੜੇ ਨੇ ਇਸ ਰਿਆਸਤ ਨੇ ਵੇਖੇ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।